ਹੁਕਮਾਂ ਦੀ ਸਿੱਖਿਆ ਦਿੰਦੇ ਹਨ। ਉਸਨੇ ਲੋਕਾਂ ਨੂੰ ਕੋਲ ਸੱਦ ਕੇ ਉਹਨਾਂ ਨੂੰ ਆਖਿਆ, ਸੁਣੋ ਅਤੇ ਸਮਝੋ। ਕਹਿੰਦਾ ਜੋ ਕੁਝ ਮੂੰਹ ਵਿੱਚ ਜਾਂਦਾ ਹੈ ਸੋ ਮਨੁੱਖ ਨੂੰ ਭ੍ਰਿਸ਼ਟ ਨਹੀਂ ਕਰਦਾ, ਬਲਕਿ ਜੋ ਮੂੰਹੋਂ ਨਿਕਲਦਾ ਹੈ ਸੋਈ ਮਨੁੱਖ ਨੂੰ ਭ੍ਰਿਸ਼ਟ ਕਰਦਾ ਹੈ। ਹੁਣ ਦੇਖੋ ਪਰਮੇਸ਼ਵਰ ਦਾ ਵਚਨ ਕੀ ਕਹਿ ਰਿਹਾ। ਪਰਮੇਸ਼ਵਰ ਦਾ ਵਚਨ ਕਹਿ ਰਿਹਾ ਅੱਜ ਦੇ ਜਿਹੜੇ ਲੋਕ ਆ ਉਹ ਕੀ ਕਰਦੇ ਆ, ਵਿਅਰਥ ਉਪਾਸਨਾ ਕਰਦੇ ਆ। ਵਿਅਰਥ ਉਪਾਸਨਾ ਕੀ ਕਰਨੀ ਆ? ਵਿਅਰਥ ਉਪਾਸਨਾ ਕਰਨੀ ਆ ਪਰਮੇਸ਼ਵਰ ਨੂੰ ਇਸਤੇਮਾਲ ਕਰਨਾ। ਸਿਰਫ ਕਾਹਦੇ ਵਾਸਤੇ? ਆਪਣੀ ਬਿਮਾਰੀਆਂ ਵਾਸਤੇ, ਆਪਣੀ ਚੰਗਿਆਈਆਂ ਵਾਸਤੇ, ਬਰਕਤਾਂ ਵਾਸਤੇ। ਇਹ ਲੋਕ ਇਹ ਚੀਜ਼ਾਂ ਵਾਸਤੇ ਲੋਕੀ ਕੀ ਕਰਦੇ ਆ? ਪ੍ਰਭੂ ਨੂੰ ਇਸਤੇਮਾਲ ਕਰਦੇ। ਲੇਕਿਨ ਪਰਮੇਸ਼ਵਰ ਦਾ ਵਚਨ ਕੀ ਕਹਿੰਦਾ ਆ? ਕਹਿੰਦਾ ਇਹਨਾਂ ਦੇ ਦਿਲ ਮੇਰੇ ਤੋਂ ਦੂਰ ਆ। ਜਿਹੜੇ ਲੋਕ ਪਰਮੇਸ਼ਵਰ ਨੂੰ ਮੰਨਦੇ ਆ, ਪਰਮੇਸ਼ਵਰ ਦੇ ਵਚਨਾਂ ਤੇ ਉਹ ਚੱਲਣਾ ਵੀ ਜਾਣਦੇ ਆ, ਉਹ ਕਦੇ ਵੀ ਖੁਦਾ ਨੂੰ ਇਸਤੇਮਾਲ ਨਹੀਂ ਕਰ ਸਕਦੇ, ਕਿਉਂਕਿ ਵਚਨ ਸਾਫ਼ ਇਸ ਚੀਜ਼ ਨੂੰ ਕਲੀਅਰ ਕਰ ਰਿਹਾ। ਤੇ ਵਚਨ ਵਿੱਚ ਅੱਗੇ ਲਿਖਿਆ, ਕਹਿੰਦਾ ਜੋ ਕੁਝ ਮੂੰਹ ਵਿੱਚ ਜਾਂਦਾ ਹੈ, ਕਹਿੰਦਾ ਜੇ ਅਸੀਂ ਕੋਈ ਚੀਜ਼ ਖਾਂਦੇ ਆ ਸਾਨੂੰ ਉਹ ਭ੍ਰਿਸ਼ਟ ਨਹੀਂ ਕਰਦੀ। ਲੇਕਿਨ ਕਿਹੜੀ ਚੀਜ਼ ਸਾਨੂੰ ਭ੍ਰਿਸ਼ਟ ਕਰਦੀ ਆ? ਜਿਹੜੇ ਸਾਡੇ ਅੰਦਰੋਂ ਗਲਤ ਕਾਮਨਾ, ਗਲਤ ਵਿਚਾਰ, ਗੰਦਗੀ, ਚੁਗਲੀ, ਨਿੰਦਿਆ, ਵੈਰ ਵਿਰੋਧ, ਲੜਾਈ ਝਗੜੇ, ਵਚਨ ਤੋਂ ਬਾਹਰ ਜਿਹੜੇ ਵੀ ਕੰਮ ਆ ਬਾਈਬਲ ਬਿਆਨ ਕਰਦੀ ਸਭ ਕੀ ਆ? ਮੂਰਤੀ ਪੂਜਾ ਆ। ਮੂਰਤੀ ਪੂਜਾ ਪੱਥਰਾਂ ਨੂੰ ਪੂਜਣਾ ਨਹੀਂ ਆ। ਮੂਰਤੀ ਪੂਜਾ, ਅਸਲੀ ਮੂਰਤੀ ਪੂਜਾ ਕਿਹੜੀ ਆ? ਜਿਹੜੇ ਗਲਤ ਖਿਆਲ ਸਾਡੇ ਅੰਦਰੋਂ ਨਿਕਲਦੇ ਆ, ਇਹ ਮੂਰਤੀ ਪੂਜਾ ਆ। ਤੇ ਅੱਜ ਮਸੀਹ ਲੋਕਾਂ ਦਾ ਜੀਵਨ ਕੀ ਆ? ਮਸੀਹ ਲੋਕ ਕੀ ਕਰਦੇ ਆ? ਵਿਅਰਥ। ਬਾਈਬਲ ਕਹਿੰਦੀ ਵਿਅਰਥ ਹੀ ਮੇਰੀ ਉਪਾਸਨਾ ਕਰਦੇ ਹਨ। ਕਹਿੰਦਾ ਉਹਨਾਂ ਨੇ ਲੋਕਾਂ ਨੂੰ ਕੋਲ ਸੱਦ ਕੇ ਉਹਨਾਂ ਨੂੰ ਆਖਿਆ, ਸੁਣੋ ਅਤੇ ਸਮਝੋ। ਅੱਜ ਕੀ ਆ? ਅੱਜ ਵਚਨ ਨੂੰ ਅਸੀਂ ਸੁਣਨਾ ਆ, ਫਿਰ ਅਸੀਂ ਸਮਝਣਾ ਆ। ਕਿਉਂਕਿ ਜਦੋਂ ਤੱਕ ਕੋਈ ਮਨੁੱਖ ਉਹਦੇ ਘਰ ਦੇ ਵਿੱਚ ਆ ਕੇ ਵਚਨ ਨੂੰ ਸੁਣਦਾ ਨਹੀਂ, ਉਹ ਸਮਝ ਨਹੀਂ ਸਕਦਾ। ਘਰ ਬੈਠੇ ਕੋਈ ਵੀ ਵਚਨ ਨੂੰ ਨਹੀਂ ਸਮਝ ਸਕਦਾ। ਜਦੋਂ ਯਿਸੂ ਮਸੀਹ ਦੇ ਕੋਲ ਲੋਕ ਆਏ ਤੇ ਯਿਸੂ ਮਸੀਹ ਨੇ ਪ੍ਰਚਾਰ ਕੀਤਾ, ਉਹਨੇ ਦੱਸਿਆ ਜਗਤ ਦੀ ਰੋਟੀ ਮੈਂ ਆ। ਜਦੋਂ ਲੋਕਾਂ ਨੇ ਸੁਣਿਆ ਤੇ ਉਹਨਾਂ ਨੇ ਖਾਧਾ। ਕਿਸ ਤਰ੍ਹਾਂ ਖਾਧਾ? ਅੱਜ ਅਸੀਂ ਵਚਨ ਨੂੰ ਖਾਣਾ ਆ। ਵਚਨ ਨੂੰ ਅਸੀਂ ਕਿਸ ਤਰ੍ਹਾਂ ਖਾਣਾ? ਜਿਹੜਾ ਵਚਨ ਅਸੀਂ ਸੁਣਨਾ ਆ ਉਹਨੂੰ ਆਪਣੇ ਜੀਵਨ ਤੇ ਲਾਗੂ ਕਰਨਾ। ਤੇ ਬਾਈਬਲ ਬਿਆਨ ਕਰਦੀ ਆ, ਧੰਨ ਉਹ ਮਨੁੱਖ ਆ ਜਿਹੜਾ ਵਚਨ ਨੂੰ ਸੁਣਦਾ ਆ ਤੇ ਫਿਰ ਉਹਦੇ ਉੱਪਰ ਚੱਲਦਾ ਆ। ਲੇਕਿਨ ਅੱਜ ਬਹੁਤ ਮਨੁੱਖ ਨੇ ਸਿਰਫ ਸੁਣ ਕੇ ਕੀ ਕਰਦੇ ਆ? ਵਚਨ ਨੂੰ ਛੱਡ ਕੇ ਚਲੇ ਜਾਂਦੇ ਆ। ਇਹੋ ਜਿਹੇ ਲੋਕਾਂ ਨੂੰ ਖੁਦਾ ਪਸੰਦ ਨਹੀਂ ਕਰਦਾ। ਜਿਹੜਾ ਕੋਈ ਵੀ ਮਨੁੱਖ ਜੇ ਪਰਮੇਸ਼ਵਰ ਦੇ ਵਚਨ ਨੂੰ ਰੱਖਦਾ ਆ ਤੇ ਉਹ ਪਰਮੇਸ਼ਵਰ ਨੂੰ ਰੱਖਦਾ ਆ, ਕਿਉਂਕਿ ਪਰਮੇਸ਼ਵਰ ਦਾ ਵਚਨ ਖੁਦ ਪਰਮੇਸ਼ਵਰ ਆ। ਇਸ ਕਰਕੇ ਸਾਨੂੰ ਚਾਹੀਦਾ ਆ ਕਦੇ ਵੀ ਪਰਮੇਸ਼ਵਰ ਦੇ ਵਚਨ ਨੂੰ ਰੱਦਣਾ ਨਹੀਂ ਚਾਹੀਦਾ। ਹਮੇਸ਼ਾ ਵਚਨ ਦੀ ਰਿਸਪੈਕਟ ਕਰੋ। ਜੋ ਵਚਨ ਦੇ ਵਿੱਚ ਲਿਖਿਆ, ਜੇ ਮੈਂ ਵਚਨ ਤੋਂ ਬਾਹਰ ਬੋਲਾਂ ਤੇ ਕੋਈ ਵੀ ਮਨੁੱਖ ਆ ਕੇ YouTube ਤੇ ਤੁਸੀਂ ਮੈਨੂੰ ਸਾਰੇ ਦੇਖ ਰਹੇ ਹੋ, Facebook ਤੇ ਮੈਨੂੰ ਸਾਰੇ ਦੇਖਦੇ, ਜੇ ਕੋਈ ਮੈਂ ਵਚਨ ਤੋਂ ਬਾਹਰ ਗੱਲ ਕਰਾਂ, ਮੇਰੇ ਮੋਬਾਈਲ ਨੰਬਰ ਤੇ ਮੇਰੇ ਘਰ ਆ ਕੇ ਚਰਚ ਆ ਕੇ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ ਵੀ ਮੈਂ ਕਿਹੜੇ ਪਾਸਿਓਂ ਵਚਨ ਚੋਂ ਬਾਹਰ ਬੋਲਿਆ। ਜੇ ਮੈਂ ਵਚਨ ਦੇ ਅੰਦਰੋਂ ਬੋਲਦਾ ਆ ਤੇ ਫਿਰ ਤੁਹਾਡਾ ਫਰਜ਼ ਬਣਦਾ ਆ ਜੋ ਵਚਨ 'ਚ ਲਿਖਿਆ ਗਿਆ ਤੁਹਾਨੂੰ ਮੰਨਣਾ ਹੀ ਪੈਣਾ ਹੈ। ਕਿਉਂਕਿ ਮੈਂ ਆਪਣੇ ਵੱਲੋਂ ਨਹੀਂ ਬੋਲਦਾ, ਮੈਂ ਕਿਹਦੇ ਵਿੱਚੋਂ ਬੋਲਦਾ? ਜੋ ਪਰਮੇਸ਼ਵਰ ਦਾ ਵਚਨ, ਜੋ ਪ੍ਰਕਾਸ਼ਨ ਮੈਨੂੰ ਖੋਲਿਆ ਗਿਆ ਪ੍ਰਭੂ ਦੇ ਦੁਆਰਾ ਮੇਰੇ ਉੱਪਰ, ਮੈਂ ਉਹਦੇ ਦੁਆਰਾ ਬੋਲਦਾ ਹਾਂ। ਕਿਉਂਕਿ ਜਿਹੜਾ ਇੱਕ ਸੇਵਕ ਹੁੰਦਾ, ਸੇਵਕ ਕਦੇ ਵੀ ਸਰੀਰ ਨਾਲ ਨਹੀਂ ਚੱਲ ਸਕਦਾ। ਜਿਹੜਾ ਮਨੁੱਖ ਸਰੀਰ ਨਾਲ ਚੱਲਦਾ ਆ, ਸਰੀਰ ਕੀ ਆ? ਸਰੀਰ ਦੀ ਅਭਿਲਾਸ਼ਾ ਕੀ ਹੈ? ਸ਼ੈਤਾਨ। ਜਿੱਦਾਂ ਮੈਂ ਪਿਛਲੇ ਸੰਡੇ ਤੁਹਾਨੂੰ ਪ੍ਰਚਾਰ ਕੀਤਾ ਸੀਗਾ ਵੀ ਪਤਰਸ ਸਰੀਰ ਦੇ ਵਿੱਚ ਸੀਗਾ ਤੇ ਉਹਨੇ ਯਿਸੂ ਮਸੀਹ ਨੂੰ ਕਿਹਾ ਤੇਰੇ ਨਾਲ ਇਸ ਤਰ੍ਹਾਂ ਨਾ ਹੋਵੇ, ਪ੍ਰਭੂ ਤੇਰੇ ਉੱਪਰ ਮੌਤ ਨਾ ਆਵੇ। ਲੇਕਿਨ ਪ੍ਰਭੂ ਨੇ ਕੀ ਕਿਹਾ? ਸ਼ੈਤਾਨ ਮੇਰੇ ਤੋਂ ਪਿੱਛੇ ਹਟ। ਤੇ ਇਸੇ ਤਰ੍ਹਾਂ ਹੀ ਜਿਹੜੇ ਅੱਜ ਦੇ ਲੋਕ ਨੇ ਉਹ ਸ਼ੈਤਾਨੀ ਹੋ ਗਏ ਆ। ਕਿਉਂ ਸ਼ੈਤਾਨੀ ਹੋ ਗਏ ਆ? ਕਿਉਂਕਿ ਉਹ ਬੁੱਲਾਂ ਦੇ ਨਾਲ ਆਦਰ ਕਰਦੇ ਆ, ਪ੍ਰਭੂ ਤੇਰਾ ਧੰਨਵਾਦ, ਲੇਕਿਨ ਵਚਨ ਤੇ ਨਹੀਂ ਚੱਲਦੇ। ਕਿਉਂ ਨਹੀਂ ਚੱਲਦੇ? ਕਿਉਂਕਿ ਉਹ ਕੌਣ ਆ? ਸ਼ੈਤਾਨ ਦੇ ਪੁੱਤਰ। ਮੈਂ ਬਾਈਬਲ ਵਿੱਚੋਂ ਤੁਹਾਨੂੰ ਕਲੀਅਰ ਕਰੂੰਗਾ ਵੀ ਉਹ ਸ਼ੈਤਾਨ ਦੇ ਪੁੱਤਰ ਆ। ਕਿਉਂਕਿ ਬਾਈਬਲ ਬਿਆਨ ਕਰਦੀ ਆ ਵਚਨ ਦਾ ਆਦਰ ਕਰੋ, ਤੇ ਜਿਹਦੇ ਵਿੱਚ ਵਚਨ ਆ ਉਹਦਾ ਆਦਰ ਕਰੋ। ਅੱਜ ਯਿਸੂ ਮਸੀਹ ਕਿੱਥੇ ਹੈ? ਯਿਸੂ ਮਸੀਹ ਨੇ ਦੇਹ ਲਈ ਆ। ਕਿਹਦੇ ਵਿੱਚ ਦੇਹ ਲਈ ਆ? ਆਪਣੇ ਲੋਕਾਂ ਦੇ ਵਿੱਚ ਦੇਹ ਲਈ ਆ ਉਹਨੇ। ਜਦੋਂ ਦੇਹ ਲਈ ਆ ਜਿਹਦੇ ਵਿੱਚ ਵਚਨ ਆ ਤੇ ਤੁਸੀਂ ਸਮਝ ਜਾਓਗੇ ਜਿੱਦਾਂ ਪਤਰਸ ਦੇ ਵਿੱਚ ਕੀ ਆਇਆ ਸੀ, ਵਚਨ ਆ ਗਿਆ ਸੀਗਾ। ਲੋਕੀ ਪਤਰਸ ਦੀ ਰਿਸਪੈਕਟ ਨਹੀਂ ਕਰਦੇ ਸੀਗੇ। ਲੋਕੀ ਕਿਹਦੀ ਰਿਸਪੈਕਟ ਕਰਦੇ ਸੀ? ਵਚਨ ਦੀ। ਅੱਜ ਅਸੀਂ ਕਿਹਦੀ ਰਿਸਪੈਕਟ ਕਰਨੀ ਆ? ਕਿਸੇ ਮਾਸ ਤੇ ਲਹੂ ਦੀ ਰਿਸਪੈਕਟ ਨਹੀਂ ਕਰਨੀ, ਅਸੀਂ ਵਚਨ ਦੀ ਰਿਸਪੈਕਟ ਕਰਨੀ ਆ। ਕਿਉਂਕਿ ਵਚਨ ਹੀ ਪਰਮੇਸ਼ਵਰ ਆ। ਕਿਉਂਕਿ ਉਤਪਤ ਦੇ ਵਿੱਚ ਲਿਖਿਆ ਗਿਆ ਆਦ ਵਿੱਚ ਸ਼ਬਦ ਸੀ, ਸ਼ਬਦ ਪਰਮੇਸ਼ਵਰ ਦੇ ਸੰਗ ਸੀ ਤੇ ਸ਼ਬਦ ਹੀ ਪਰਮੇਸ਼ਵਰ ਸੀਗਾ। ਕਿਉਂਕਿ ਉਤਪਤ ਦੇ ਵਿੱਚ ਜਿਹੜਾ ਸ਼ਬਦ ਸੀਗਾ, ਸ਼ਬਦ ਬਾਰੇ ਪਹਿਲੇ ਲਿਖ ਦਿੱਤਾ ਗਿਆ ਸੀਗਾ ਵੀ ਉਹ ਸ਼ਬਦ ਕੌਣ ਸੀਗਾ? ਸ਼ਬਦ ਕੋਈ ਹੋਰ ਨਹੀਂ, ਅਨੰਤ ਕਾਲ ਦਾ ਪਿਤਾ, ਸ਼ਾਂਤੀ ਦਾ ਰਾਜਕੁਮਾਰ ਪ੍ਰਭੂ ਯਿਸੂ ਮਸੀਹ ਸ਼ਬਦ ਸੀਗਾ, ਜਿਹਨੇ ਕੀ ਕੀਤਾ? ਮਰੀਅਮ ਦੇ ਵਿੱਚ ਆ ਕੇ, ਇੱਕ ਕੁਵਾਰੀ ਦੇ ਵਿੱਚ ਆ ਕੇ ਕੀ ਕੀਤਾ? ਉਹਨੇ ਦੇਹ ਲਈ। ਜੋ ਦੇਹ ਲਈ ਤੇ ਲੋਕਾਂ ਦੇ ਜੀਵਨਾਂ ਨੂੰ ਕੀ ਕੀਤਾ? ਬਦਲ ਦਿੱਤਾ। ਅੱਜ ਕੋਈ ਵੀ ਬੰਦਾ ਕੋਈ ਮਨੁੱਖ ਕਿਸੇ ਮਨੁੱਖ ਦੇ ਜੀਵਨ ਨੂੰ ਨਹੀਂ ਬਦਲ ਸਕਦਾ। ਲੇਕਿਨ ਕੌਣ ਬਦਲਦਾ ਆ? ਪ੍ਰਭੂ ਯਿਸੂ ਮਸੀਹ ਬਦਲਦਾ ਆ। ਪਰਮੇਸ਼ਵਰ ਦਾ ਵਚਨ ਬਦਲਦਾ ਆ। ਅੱਜ ਲੋਕ ਕਹਿੰਦੇ ਆ
ਜੇ ਕੋਈ ਗਲਤੀ ਗੁਨਾਹ ਕਰਦਾ ਉਹਨੂੰ ਜੇਲ੍ਹ 'ਚ ਸੁੱਟਿਆ ਜਾਂਦਾ, ਕੋਈ ਨਸ਼ੇ ਕਰਦਾ ਆ ਉਹਨੂੰ ਕੀ ਕੀਤਾ ਜਾਂਦਾ ਆ, ਉਹਨੂੰ ਨਸ਼ਾ ਛਡਾਓ ਕੇਂਦਰ ਵਿੱਚ ਛੱਡਿਆ ਜਾਂਦਾ। ਲੇਕਿਨ ਕੀ ਹੁੰਦਾ, ਕੀ ਨਸ਼ਾ ਛਡਾਓ ਕੇਂਦਰ ਦੇ ਵਿੱਚ ਜਾ ਕੇ ਕਿਸੇ ਦਾ ਜੀਵਨ ਸੁਧਰਦਾ ਆ? ਕੀ ਉਹ ਬੰਦਾ ਨਸ਼ੇ ਛੱਡਦਾ ਆ? ਇਸ ਤਰ੍ਹਾਂ ਨਹੀਂ ਆ, ਕਿਉਂਕਿ ਜਿਹੜਾ ਪਾਪ ਆ, ਪਾਪ ਦੀ ਵੀ ਲਾਸ਼ਾ ਕਿੱਥੇ ਹੁੰਦੀ ਆ? ਪਾਪ ਹਮੇਸ਼ਾ ਅੰਦਰ ਹੁੰਦਾ ਆ, ਅੰਦਰੋਂ ਹੀ ਉਹ ਬਾਹਰ ਆਉਂਦਾ ਆ। ਜਿਸ ਤਰ੍ਹਾਂ ਵਚਨ 'ਚ ਲਿਖਿਆ ਵੀ ਲੋਕੀ ਵਿਅਰਥ ਮੇਰੀ ਉਪਾਸਨਾ ਕਰਦੇ ਆ, ਕਹਿੰਦਾ ਇਹਨਾਂ ਦੇ ਦਿਲ ਮੇਰੇ ਤੋਂ ਦੂਰ ਆ। ਕਿਉਂਕਿ ਜਿਹੜਾ ਪਾਪ ਹੁੰਦਾ ਆ, ਪਾਪ ਕਾਹਦੇ ਵਿੱਚ ਹੁੰਦਾ? ਪਾਪ ਅੰਦਰ ਹੁੰਦਾ, ਆਪਣੇ ਅੰਦਰੋਂ ਪਾਪ ਨਿਕਲਦਾ ਆ, ਫਿਰ ਬੁੱਲਾਂ ਤੇ ਆਉਂਦਾ ਆ, ਜ਼ੁਬਾਨ ਤੇ ਆਉਂਦਾ ਆ। ਜਦੋਂ ਸਾਡੇ ਅੰਦਰ ਕਿਸੇ ਦੇ ਪ੍ਰਤੀ ਈਰਖਾ ਹੋਵੇ ਤੇ ਅਸੀਂ ਕੀ ਕਰਦੇ ਆ? ਅਸੀਂ ਕੁਫਰ ਬਕਦੇ ਆ, ਕਿਸੇ ਦੇ ਖਿਲਾਫ, ਕਿਸ ਨੂੰ ਗਲਤ ਬੋਲਦੇ। ਲੇਕਿਨ ਕਿੱਦਾਂ? ਸਭ ਤੋਂ ਪਹਿਲਾਂ ਅੰਦਰੋਂ ਕਿੱਥੇ ਆਉਂਦਾ ਆ? ਲਫ਼ਜ਼ਾਂ ਦੇ ਵਿੱਚ, ਜ਼ੁਬਾਨ ਦੇ ਵਿੱਚ ਉਹ ਗੱਲਾਂ ਆਉਂਦੀਆਂ। ਜਿਹੜੀ ਕਹਿੰਦੇ ਗੱਲ ਅੰਦਰ ਹੁੰਦੀ ਆ ਉਹ ਜ਼ੁਬਾਨ ਤੇ ਆ ਜਾਂਦੀ ਆ। ਜੇ ਕੋਈ ਪਰਮੇਸ਼ਵਰ ਦਾ ਡਰ ਰੱਖਣ ਵਾਲਾ ਹੁੰਦਾ ਤੇ ਉਹ ਕੀ ਕਰੂਗਾ? ਜੇ ਉਸ ਨੂੰ ਕੋਈ ਗਾਣਾ ਕੱਢੂਗਾ, ਗਲਤ ਬੋਲੂਗਾ, ਕੀ ਕਹੂਗਾ? ਪਰਮੇਸ਼ਵਰ ਤੈਨੂੰ ਬਰਕਤ ਦੇਵੇ। ਲੇਕਿਨ ਜੇ ਕੋਈ ਸਰੀਰ ਨਾਲ ਭਰਿਆ ਹੋਊਗਾ, ਜੇ ਸਰੀਰ ਨਾਲ ਭਰੇ ਹੋਏ ਬੰਦੇ ਦਾ ਕੋਈ ਬੁਰਾ ਕਰਦਾ ਤੇ ਉਹ ਕੀ ਕਰਦਾ? ਸਰੀਰਕ ਬੰਦਾ ਕੀ ਕਰਦਾ? ਉਹ ਕੀ ਕਰਦਾ? ਕੁਫਰ ਬਕਦਾ ਹੈ। ਇਸੇ ਤਰ੍ਹਾਂ ਇਸਰਾਇਲ ਦੇ ਵਿੱਚ ਕੀ ਸੀਗਾ? ਫੱਕੀ ਫਰੀਸੀਆਂ ਨੇ ਕਿਹਦੇ ਖਿਲਾਫ ਕੁਫਰ ਬਕਿਆ? ਕਿਸੇ ਮਨੁੱਖ ਦੇ ਖਿਲਾਫ ਨਹੀਂ ਬਕਿਆ। ਉਹਨਾਂ ਨੇ ਕੀ ਕੀਤਾ? ਉਹਨਾਂ ਨੇ ਜਿਉਂਦੇ ਪਰਮੇਸ਼ਵਰ ਦੇ ਖਿਲਾਫ ਕੁਫਰ ਬਕਿਆ। ਤੇ ਖੁਦਾਵੰਦ ਇਹੋ ਜਿਹੇ ਲੋਕਾਂ ਨੂੰ ਨਾ ਪਸੰਦ ਕਰਦਾ। ਉਹਨੇ ਕਿਹਾ ਸਭ ਸ਼ੈਤਾਨੀ ਹਨ, ਕਿਉਂਕਿ ਬਾਈਬਲ ਦੇ ਵਚਨ ਨੂੰ ਕੋਈ ਮਨੁੱਖ ਨਹੀਂ ਜੰਮਿਆ ਜਿਹੜਾ ਕੱਟ ਦਵੇ। ਕਿਉਂਕਿ ਵਚਨ ਦੇ ਵਿੱਚ ਲਿਖਿਆ ਆ, ਇੱਕ ਬਿੰਦੀ ਜਾਂ ਕੋਈ ਟਿੱਪੀ ਵੀ ਤੁਸੀਂ ਟਾਲ ਨਹੀਂ ਸਕਦੇ। ਜੋ ਲਿਖਿਆ ਸਭ ਆਮੀਨ ਆ ਤੇ ਮੰਨਣਾ ਹੀ ਪੈਣਾ। ਵਿਸ਼ਵਾਸੀ ਉਹੀ ਆ ਜਿਹੜਾ ਵਚਨ ਨੂੰ ਮੰਨਦਾ ਆ, ਉਹਦੇ ਉੱਪਰ ਚੱਲਦਾ ਆ। ਲੇਕਿਨ ਕੱਲਾ ਚਰਚ ਆਉਣ ਦੇ ਨਾਲ ਅਸੀਂ ਆਤਮਿਕ ਨਹੀਂ ਹੁੰਦੇ। ਚਰਚ ਤੋਂ ਬਾਹਰ ਜੀਵਨ ਸ਼ੁਰੂ ਹੁੰਦਾ। ਮਸੀਹ ਜੀਵਨ ਜਿਹਨੂੰ ਕਹਿੰਦੇ ਆ, ਉਹ ਚਰਚ ਤੋਂ ਬਾਹਰ ਹੀ ਸ਼ੁਰੂ ਹੁੰਦਾ ਆ। ਚਰਚ ਦੇ ਅੰਦਰ ਸਾਰੇ ਦੂਤ ਤੇ ਬਾਹਰ ਸਾਰੇ ਭੂਤ। ਅੱਜ ਸੰਸਾਰ ਦੇ ਲੋਕਾਂ ਦਾ, ਮਸੀਹ ਭਾਈਚਾਰੇ ਦਾ ਇਹੀ ਹਾਲ ਆ। ਮਸੀਹ ਕਹਿਣ ਨਾਲ ਕੋਈ ਮਸੀਹ ਨਹੀਂ ਆ। ਇਸ ਕਰਕੇ ਪ੍ਰਭੂ ਨੇ ਕਿਹਾ, ਕਹਿੰਦਾ ਇਹ ਸਿਰਫ ਬੁੱਲਾਂ ਤੋਂ ਮੇਰਾ ਆਦਰ ਕਰਦੇ, ਕਹਿੰਦਾ ਹਿਰਦਾ ਦੂਰ ਹੈ ਇਹਨਾਂ ਤੋਂ। ਜੇ ਹਿਰਦੇ ਵਿੱਚ ਪਰਮੇਸ਼ਰ ਹੋਵੇ ਤਾਂ ਤੁਸੀਂ ਕਲੱਬਾਂ ਵਿੱਚ ਜਾ ਕੇ ਜਾਂ ਵਿਆਹ ਸ਼ਾਦੀਆਂ 'ਚ ਜਾ ਕੇ ਤੁਸੀਂ ਭੰਗੜੇ ਨਾ ਪਾਓ, ਡਾਂਸ ਨਾ ਕਰੋ। ਫਿਰ ਕੀ ਆ? ਤੁਹਾਡੇ ਅੰਦਰ ਪਵਿੱਤਰ ਆਤਮਾ ਖਤਮ ਹੋ ਗਿਆ। ਕੀ ਤੁਹਾਨੂੰ ਪਵਿੱਤਰ ਆਤਮਾ ਫਿਰ ਕੀ ਕਹਿੰਦਾ ਵੀ ਤੁਸੀਂ ਇਹ ਕੰਮ ਕਰੋ? ਇਸ ਤਰ੍ਹਾਂ ਨਹੀਂ ਆ। ਖੁਦਾ ਦੇ ਲੋਕ ਹਮੇਸ਼ਾ ਹੀ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਰਹਿੰਦੇ ਆ। ਜੇ ਪਵਿੱਤਰ ਆਤਮਾ ਸਾਡੇ ਕੋਲ ਹੈਗਾ ਆ, ਖੁਦਾ ਦੀ ਹਜ਼ੂਰੀ ਸਾਡੇ ਨਾਲ ਆ, ਤੇ ਅਸੀਂ ਹਮੇਸ਼ਾ ਹੀ ਪਰਮੇਸ਼ਵਰ ਦੇ ਵਚਨ ਦੇ ਨਾਲ ਚੱਲਾਂਗੇ। ਕਦੇ ਵੀ ਉਹਦੇ ਪਰਮੇਸ਼ਵਰ ਦੇ ਵਚਨ ਤੋਂ ਅਸੀਂ ਦੂਰ ਨਹੀਂ ਹੋਵਾਂਗੇ। ਕਿਉਂਕਿ ਅੱਜ ਬਚਨ ਦੱਸਦਾ ਜਿਹੜੇ ਲੋਕ ਇਸੇ ਤਰ੍ਹਾਂ ਲੋਕਾਂ ਦੇ ਜੀਵਨ ਜਿਹੜੇ ਕੀ ਨਾਸ਼ ਹੋ ਚੁੱਕੇ। ਕਿਉਂਕਿ ਲੋਕਾਂ ਨੇ ਕੀ ਕੀਤਾ ਆ? ਲੋਕਾਂ ਨੇ ਹਮੇਸ਼ਾ ਹੀ ਬਚਨ ਨੂੰ ਰੱਦਿਆ ਆ, ਤੇ ਬਚਨ ਨੂੰ ਰੱਦਣ ਵਾਲੇ ਨੂੰ ਕੋਈ ਮਾਫੀ ਨਹੀਂ ਆ। ਬਾਈਬਲ ਬਿਆਨ ਕਰਦੀ ਆ। ਆਓ ਯਹੂਨਾ ਦੀ ਪੱਤਰੀ ਪੜ੍ਹਦੇ। ਪਹਿਲਾ ਯਹੂਨਾ 2:15 ਪੜ੍ਹਦੇ ਹਾਂ ਅਸੀਂ। ਪਹਿਲਾ ਯਹੂਨਾ 2:15। ਪਹਿਲਾ ਯਹੂਨਾ 2:15 ਸਾਨੂੰ ਕੀ ਕਹਿ ਰਹੀ ਆ? ਸੰਸਾਰ ਨਾਲ ਮੋਹ ਨਾ ਰੱਖੋ, ਨਾ ਉਹਨਾਂ ਵਸਤਾਂ ਨਾਲ ਜੋ ਸੰਸਾਰ ਵਿੱਚ ਹਨ। ਹੁਣ ਇਸ ਵਚਨ ਨੂੰ ਕੋਈ ਆ ਕੇ ਕੱਟ ਕੇ ਦਿਖਾਵੇ ਕਿ ਵਚਨ ਕਿਹਦੇ ਵਾਸਤੇ ਆ? ਵਚਨ ਜਿਹੜਾ ਹੈਗਾ ਸੰਸਾਰ ਦੇ ਲੋਕਾਂ ਵਾਸਤੇ ਨਹੀਂ ਆ। ਇਹ ਉਹਨਾਂ ਵਾਸਤੇ ਆ ਜਿਨ੍ਹਾਂ ਨੇ ਬਾਈਬਲਾਂ ਹੱਥ 'ਚ ਫੜੀਆਂ, ਜਿਹੜੇ ਆਪਣੇ ਆਪ ਨੂੰ ਕਹਿੰਦੇ ਆ ਅਸੀਂ ਮਸੀਹ ਆ। ਸੰਸਾਰ ਨਾਲ ਮੋਹ ਨਾ ਰੱਖੋ, ਨਾ ਉਹਨਾਂ ਵਸਤਾਂ ਨਾਲ ਜੋ ਸੰਸਾਰ ਵਿੱਚ ਹਨ। ਜੇ ਕੋਈ ਸੰਸਾਰ ਨਾਲ ਮੋਹ ਰੱਖਦਾ ਹੋਵੇ ਤਾਂ ਉਸ ਦੇ ਵਿੱਚ ਪਿਤਾ ਦਾ ਪ੍ਰੇਮ ਨਹੀਂ। ਕਿਉਂਕਿ ਸਭੋ ਕੁਝ ਜੋ ਸੰਸਾਰ ਵਿੱਚ ਅਰਥਾਤ ਸਰੀਰ ਦੀ ਕਾਮਨਾ ਅਤੇ ਨੇਤਰਾਂ ਦੀ ਕਾਮਨਾ ਅਤੇ ਜੀਵਨ ਦਾ ਮਾਨ, ਸੋ ਪਿਤਾ ਤੋਂ ਨਹੀਂ ਸੰਸਾਰ ਤੋਂ ਹਨ। ਹੁਣ ਵਚਨ ਕੀ ਕਹਿ ਰਿਹਾ? ਕਹਿੰਦੇ ਜੇ ਸੰਸਾਰ ਨਾਲ ਤੁਸੀਂ ਮੋਹ ਰੱਖਦੇ ਹੋ, ਸੰਸਾਰ ਨਾਲ ਮੋਹ ਰੱਖਣਾ ਕੀ ਆ? ਅਸੀਂ ਕੀ ਕਰਦੇ? ਅੱਜ ਮਸੀਹ ਲੋਕਾਂ ਦਾ ਜੀਵਨ ਕੀ ਸੰਸਾਰ ਨਾਲ ਮੋਹ ਰੱਖਦੇ ਆ, ਵਚਨ ਦੇ ਨਾਲ ਮੋਹ ਨਹੀਂ ਰੱਖਦੇ। ਵਚਨ ਨੂੰ ਚਰਚ ਵਿੱਚ ਛੱਡ ਕੇ ਲੋਕ ਚਲੇ ਜਾਂਦੇ, ਲੇਕਿਨ ਸੰਸਾਰ ਨਾਲ ਮੋਹ ਰੱਖਣਾ ਕੀ ਆ? ਸੰਸਾਰ ਨਾਲ ਮੋਹ ਰੱਖਣਾ ਆ ਸਰੀਰਕ ਅਭਿਲਾਸ਼ਾ ਪਿੱਛੇ ਭੱਜਣਾ। ਵਚਨ ਕਹਿੰਦਾ ਆ ਕਿਸੇ ਦੀ ਚਿੰਤਾ ਨਾ ਕਰੋ। ਤੁਹਾਨੂੰ ਕੋਈ ਲੋੜ ਨਹੀਂ ਆ ਚਿੰਤਾ ਕਰਨ ਦੀ, ਨਾ ਆਪਣੇ ਬੱਚਿਆਂ ਬਾਰੇ, ਨਾ ਰਿਸ਼ਤੇਦਾਰਾਂ ਵਾਸਤੇ। ਤੁਸੀਂ ਕਿਸੇ ਦੀ ਵੀ ਉਮਰ ਨਹੀਂ ਵਧਾ ਸਕਦੇ ਜਾਂ ਕੁਝ ਨਹੀਂ ਕਰ ਸਕਦੇ। ਨਾ ਆਪਣੇ ਧੀਆਂ ਪੁੱਤਰਾਂ ਦੀ ਚਿੰਤਾ ਕਰੋ। ਕਾਹਦੀ ਚਿੰਤਾ ਕਰਨੀ ਆ? ਜਿਹੜਾ ਮਸੀਹ ਬੰਦਾ, ਉਹਨੂੰ ਵਚਨ ਦੀ ਚਿੰਤਾ ਹੋਣੀ ਚਾਹੀਦੀ ਆ ਵੀ ਮੈਂ ਵਚਨ ਦੇ ਕੰਮ ਕਿਸ ਤਰ੍ਹਾਂ ਕਰਨੇ ਆ, ਵਚਨ ਦੇ ਵਿੱਚ ਕਿਸ ਤਰ੍ਹਾਂ ਵਧਣਾ। ਲੇਕਿਨ ਲੋਕ ਕੀ ਕਰ ਰਹੇ ਆ? ਸਿਰਫ ਇੱਕ ਫਾਰਮੈਲਿਟੀ ਦੀ ਚਰਚ ਆਉਂਦੇ ਆ, ਉਹਦੇ ਬਾਅਦ ਕੀ ਹੁੰਦਾ? ਉਹਨਾਂ ਦਾ ਜੀਵਨ ਖਤਮ। ਫਿਰ ਭੁੱਲ ਜਾਂਦੇ। ਇੱਕ ਹਫ਼ਤਾ ਪ੍ਰਭੂ ਯਾਦ ਨਹੀਂ ਰਹਿੰਦਾ ਉਹਨਾਂ ਨੂੰ। ਕਿਉਂ ਯਾਦ ਨਹੀਂ ਰਹਿੰਦਾ? ਕਿਉਂਕਿ ਸੰਸਾਰ ਵਿੱਚ ਚੱਲਦੇ ਆ।
लेकिन ਜਿਹੜਾ ਬੰਦਾ ਆਤਮਿਕ ਆ ਉਹ ਸੋਚਦਾ ਰਹਿੰਦਾ ਵੀ ਮੈਂ ਕਿਸ ਤਰ੍ਹਾਂ ਇੱਕ ਰੂਹ ਨੂੰ ਬਚਾਣਾ ਆ, ਕਿਸ ਤਰ੍ਹਾਂ ਮੈਂ ਉਸ ਰੂਹ ਨੂੰ ਬਚਾਣਾ, ਕਿਸ ਤਰ੍ਹਾਂ ਮੈਂ ਉਹ ਬੰਦੇ ਨੂੰ ਪਾਪ ਦੇ ਵਿੱਚੋਂ ਖੁਦਾ ਵਿੱਚ ਕੱਢ ਕੇ ਲਿਆਣਾ ਆ, ਉਹਦੇ ਵਾਸਤੇ ਮੈਂ ਦੁਆ ਪ੍ਰਾਰਥਨਾ ਕਰਨੀ ਆ, ਉਹਦੇ ਵਾਸਤੇ ਮੈਂ ਫਾਸਟਿੰਗ ਕਰਨੀ ਆ। ਇਹਨੂੰ ਕਹਿੰਦੇ ਨੇ ਮਸੀਹ ਜੀਵਨ। ਜੇ ਅਸੀਂ ਇੱਕ ਦੂਸਰੇ ਦਾ ਬੋਝ ਚੱਕਦੇ, ਲੇਕਿਨ ਅੱਜ ਲੋਕ ਕੀ ਕਰਦੇ ਆ, ਚਰਚ ਆਉਣ ਤੋਂ ਬਾਅਦ ਫਿਰ ਸੰਸਾਰ ਵਿੱਚ ਚਲੇ ਜਾਂਦੇ ਆ, ਫਿਰ ਰਿਸ਼ਤੇਦਾਰੀਆਂ ਵਿੱਚ ਘੁੰਮਦੇ ਆ, ਉਹਨਾਂ ਨੂੰ ਕੋਈ ਮਤਲਬ ਨਹੀਂ। ਲੇਕਿਨ ਜਿਹਦੇ ਅੰਦਰ ਖੁਦਾ ਦਾ ਆਤਮਾ ਆ, ਚਾਹੇ ਤੁਸੀਂ ਰਿਸ਼ਤੇਦਾਰ ਜਿੱਥੇ ਮਰਜ਼ੀ ਜਾਓ, ਉਹਨੂੰ ਵਚਨ ਦੱਸੋ। ਜੇ ਤੁਹਾਡੇ ਅੰਦਰ ਵਚਨ ਆ, ਜੇ ਤੁਹਾਡੀ ਬੇਟੀ ਆ, ਤੁਹਾਡਾ ਬੇਟਾ ਆ, ਤੁਹਾਡਾ ਜਵਾਈ ਆ, ਐਨੀਵੇ ਕੋਈ ਵੀ ਪਰਸਨ ਹੋਵੇ, ਉਹਨੂੰ ਵਚਨ ਬਾਰੇ ਦੱਸੋ। ਕਿਉਂਕਿ ਮੈਂ ਤੁਹਾਨੂੰ ਦੱਸਦਾ, ਜੇ ਸਾਡੇ ਘਰ ਦੇ ਵਿੱਚ ਅੱਗ ਲੱਗ ਜਾਵੇ ਤੇ ਕੀ ਅਸੀਂ ਆਪਣੇ ਬੱਚੇ ਨੂੰ ਉਠਾਵਾਂਗੇ? ਨਹੀਂ। ਕੀ ਅਸੀਂ ਆਪਣੇ ਬੱਚਿਆਂ ਨੂੰ ਨਹੀਂ ਕਵਾਂਗੇ ਵੀ ਤੂੰ ਉੱਠ, ਅੱਗ ਲੱਗੀ ਆ? ਕੀ ਅਸੀਂ ਕਵਾਂਗੇ ਤੁਸੀਂ ਮਰ ਜਾਓ? ਲੇਕਿਨ ਇਸ ਤਰ੍ਹਾਂ ਨਹੀਂ ਆ। ਜੇ ਅਸੀਂ ਉਸ ਅੱਗ ਤੋਂ ਬਚਾਉਣਾ ਚਾਹੁੰਦੇ ਆ ਜਿਹੜੀ ਸਰੀਰ ਨੂੰ ਨਾਸ਼ ਕਰਦੀ, ਤੇ ਕੀ ਜਿਹੜੀ ਅੱਗ ਆਤਮਾ ਨੂੰ ਨਾਸ਼ ਕਰਦੀ ਆ, ਅਸੀਂ ਆਪਣੇ ਬੱਚਿਆਂ ਨੂੰ ਉਸ ਚੀਜ਼ਾਂ ਤੋਂ ਕਿਉਂ ਨਹੀਂ ਬਚਾਉਣਾ ਚਾਹੁੰਦੇ? ਕਿਉਂਕਿ ਜਿਹੜੀ ਨਰਕ ਦੀ ਅੱਗ ਆ ਉਹ ਬੁਝਣ ਵਾਲੀ ਨਹੀਂ ਆ, ਕਿਉਂਕਿ ਬਾਈਬਲ ਬਿਆਨ ਕਰਦੀ ਆ ਉਸ ਦੇ ਵਿੱਚ ਕਿਸੇ ਦੀ ਮਾਫੀ ਨਹੀਂ ਆ। ਲੋਕੀ ਚੀਕਾਂ ਮਾਰਦੇ ਨੇ, ਉਹ ਕਹਿੰਦੇ ਇੱਕ ਵਾਰ ਸਾਨੂੰ ਮੌਕਾ ਦਿਓ, ਲੇਕਿਨ ਕੋਈ ਮੌਕਾ ਨਹੀਂ ਆ। ਮੌਕਾ ਸਿਰਫ ਉਦੋਂ ਤੱਕ ਆ ਜਦੋਂ ਤੱਕ ਸਾਡੇ ਵਿੱਚ ਸਾਹ ਆ, ਸਾਡੇ ਵਿੱਚ ਜਦੋਂ ਤੱਕ ਸਾਡੇ ਵਿੱਚ ਸਾਹ ਆ, ਜਦੋਂ ਤੱਕ ਅਸੀਂ ਚੱਲ ਰਹੇ ਆ, ਉਦੋਂ ਤੱਕ ਹੀ ਸਾਡੇ ਕੋਲ ਮੌਕਾ ਆ। ਇਸ ਕਰਕੇ ਚਾਹੀਦਾ ਆ ਜਦੋਂ ਵੀ ਸਾਨੂੰ ਮੌਕਾ ਲੱਗੇ, ਜਦੋਂ ਸਾਨੂੰ ਸੱਚਾਈ ਦਾ ਪਤਾ ਲੱਗਾ, ਇਹ ਨਾ ਸੋਚੋ ਵੀ ਮੇਰੀ ਉਮਰ ਨਹੀਂ ਆ, ਮੈਂ ਤਾਂ ਹਲੇ ਬਹੁਤ ਕੁਝ ਕਰਨਾ ਆ, ਮੈਂ ਫੈਸ਼ਨ ਕਰਨੇ ਆ, ਮੈਂ ਸੰਸਾਰ ਵਿੱਚ ਘੁੰਮਣਾ। ਉਦੋਂ ਹੀ ਤੋਬਾ ਕਰ ਲਓ, ਕਿਉਂਕਿ ਜੀਵਨ ਦਾ ਕੋਈ ਪਤਾ ਨਹੀਂ ਆ। ਇਹ ਇੱਕ ਵਾਰੀ ਮੌਕਾ ਮਿਲਿਆ ਆ, ਦੁਬਾਰਾ ਮੌਕਾ ਨਹੀਂ ਮਿਲਣਾ। ਖੁਦਾਵੰਦ ਨੂੰ ਤੁਸੀਂ ਜਾ ਕੇ ਨਹੀਂ ਕਹਿ ਸਕਦੇ ਵੀ ਪ੍ਰਭੂ ਮੈਂ ਤਾਂ 20 ਸਾਲ ਬਾਅਦ ਤੇਰੇ ਵਿੱਚ ਆਉਣਾ ਸੀਗਾ। ਖੁਦਾ ਨੂੰ ਕੋਈ ਇਸਤੇਮਾਲ ਨਹੀਂ ਕਰ ਸਕਦਾ। ਇਸ ਕਰਕੇ ਤਾਂ ਪ੍ਰਭੂ ਨੇ ਕਿਹਾ ਵੀ ਇਹ ਲੋਕ ਵਿਅਰਥ ਮੇਰੀ ਉਪਾਸਨਾ ਕਰਦੇ, ਕਿਉਂਕਿ ਇਹਨਾਂ ਦੇ ਜਿਹੜੇ ਦਿਲ ਆ ਉਹ ਮੇਰੇ ਤੋਂ ਦੂਰ ਆ, ਤੇ ਜਿਨ੍ਹਾਂ ਦੇ ਦਿਲ ਦੂਰ ਆ ਉਹਨਾਂ ਨੂੰ ਪਰਮੇਸ਼ਵਰ ਪਿਆਰ ਨਹੀਂ ਕਰਦਾ। ਹੁਣ ਅਸੀਂ ਵਚਨ ਵਿੱਚ ਪੜ੍ਹਦੇ ਆ, ਅਤੇ ਸੰਸਾਰ ਨਾਲੇ ਉਸ ਦੀ ਕਾਮਨਾ ਬੀਤਦੀ ਜਾਂਦੀ ਹੈ, ਪਰ ਜਿਹੜਾ ਪਰਮੇਸ਼ਵਰ ਦੀ ਇੱਛਾ ਉੱਤੇ ਚੱਲਦਾ ਹੈ ਉਹ ਸਦਾ ਤੇ ਕਾਇਮ ਰਹੇਗਾ। ਦੇਖੋ ਵਚਨ ਵਿੱਚ ਕਿੰਨੀ ਵੱਡੀ ਗੱਲ ਲਿਖੀ ਆ, ਕਹਿੰਦਾ ਜਿਹੜਾ ਪਰਮੇਸ਼ਵਰ ਦੀ ਇੱਛਾ ਵਿੱਚ ਚੱਲਦਾ ਆ ਉਹ ਸਦਾ ਤੇ ਕਾਇਮ ਰਹੇਗਾ। ਕਿਉਂਕਿ ਸੰਸਾਰ ਦਾ ਜਿਹੜਾ ਸਮਾਂ ਆ ਉਹ ਤਾਂ ਬੀਤ ਰਿਹਾ ਆ, ਸੰਸਾਰ ਨੇ ਤਾਂ ਚੱਲੀ ਜਾਣਾ ਆ, ਲੇਕਿਨ ਸਾਨੂੰ ਕੀ ਚਾਹੀਦਾ ਹੈ? ਅਸੀਂ ਸੰਸਾਰ ਦੇ ਨਾਲ ਨਹੀਂ ਚੱਲਣਾ। ਅੱਜ ਲੋਕ ਕੀ ਕਰਦੇ ਆ, ਸੰਸਾਰ ਦੇ ਨਾਲ ਚੱਲਦੇ ਆ। ਅਸੀਂ ਸੰਸਾਰ ਨਾਲ ਨਹੀਂ ਚੱਲਣਾ, ਅਸੀਂ ਕਿਹਦੇ ਨਾਲ ਚੱਲਣਾ ਆ? ਅਸੀਂ ਪਰਮੇਸ਼ਵਰ ਦੇ ਵਚਨ ਦੇ ਨਾਲ ਚੱਲਣਾ ਆ, ਕਿਉਂਕਿ ਸੰਸਾਰ ਦਾ ਮਿੱਤਰਚਾਰਾ ਕੀ ਆ? ਪਰਮੇਸ਼ਵਰ ਦੇ ਨਾਲ ਵੈਰ ਆ। ਤੇ ਕੀ ਕੋਈ ਮਨੁੱਖ ਇਹੋ ਜਿਹਾ ਜੰਮਿਆ ਆ ਸੰਸਾਰ ਦੇ ਵਿੱਚ ਜਿਹੜਾ ਪਰਮੇਸ਼ਵਰ ਦੇ ਨਾਲ ਵੈਰ ਕਰ ਸਕੇ? ਮੈਂ ਤੁਹਾਨੂੰ ਇਹ ਵੀ ਦੱਸੂਗਾ, ਇੱਕ ਰਾਜਾ ਉੱਠਿਆ ਸੀ ਜਿਹਨੇ ਪਰਮੇਸ਼ਵਰ ਨਾਲ ਵੈਰ ਕੀਤਾ ਸੀ, ਤੇ ਪ੍ਰਭੂ ਨੇ ਕਿੱਦਾਂ ਮਾਰਿਆ ਸੀ ਫਿਰ ਉਹਨੂੰ। ਮੈਂ ਤੁਹਾਨੂੰ ਅੱਗੇ ਜਾ ਕੇ ਉਹ ਵੀ ਦੱਸਦਾ ਆ। ਲੇਕਿਨ ਦੇਖੋ ਬਾਈਬਲ ਬਿਆਨ ਕਰਦੀ, ਹੇ ਬਾਲਕੋ, ਕਹਿੰਦਾ ਇਹ ਅੰਤ ਦਾ ਸਮਾਂ ਹੈ। ਇਹ ਕਿਹੜਾ ਸਮਾਂ ਚੱਲ ਰਿਹਾ? ਅੰਤ ਦਾ ਸਮਾਂ ਆ। ਜਿੱਦਾਂ ਭਾਈ ਬ੍ਰੈਨਮ ਨੇ ਕਿਹਾ, ਸਤਵੇਂ ਦੂਤ ਨੇ ਕਿਹਾ, ਇਹ 7ਵਾਂ ਯੁੱਗ ਲਉਦੀਕੀਏ ਦਾ ਯੁੱਗ ਆ। ਲਉਦੀਕੀਏ ਦਾ ਮਤਲਬ ਹੁੰਦਾ ਆ ਲੋਕੀ ਆਪਣੇ ਹੱਕਾਂ ਪਿੱਛੇ ਭੱਜ ਰਹੇ ਆ। ਅੱਜ ਔਰਤਾਂ ਆਪਣੇ ਹੱਕਾਂ ਪਿੱਛੇ ਭੱਜ ਰਹੀਆਂ ਆ। ਅੱਜ ਕੀ ਆ? ਸੰਸਾਰ ਦੇ ਲੋਕ ਆਪਣੇ ਹੱਕਾਂ ਪਿੱਛੇ ਭੱਜ ਰਹੇ ਆ। ਹੇ ਬਾਲਕੋ, ਇਹ ਅੰਤ ਦਾ ਸਮਾਂ ਹੈ, ਅਤੇ ਜਿਵੇਂ ਤੁਸੀਂ ਸੁਣਿਆ ਭਈ ਮਸੀਹ ਦਾ ਵਿਰੋਧੀ ਆਉਂਦਾ ਹੈ, ਸੋ ਹੁਣ ਵੀ ਮਸੀਹ ਦੇ ਵਿਰੋਧੀ ਵਾਲੇ ਹਨ। ਅਤੇ ਅਸੀਂ ਜਾਣਦੇ ਹਾਂ ਵੀ ਇਸ ਅੰਤ ਦਾ ਸਮਾਂ ਹੈ। ਸਾਡੇ ਵਿੱਚੋਂ ਨਿਕਲ ਆਓ। ਉਹ ਕਹਿੰਦਾ ਸਾਡੇ ਵਿੱਚੋਂ ਨਿਕਲ ਗਏ, ਕਹਿੰਦਾ ਉਹ ਸਾਡੇ ਵਿੱਚੋਂ ਨਿਕਲ ਗਏ, ਪਰ ਸਾਡੇ ਨਾਲ ਦੇ ਨਹੀਂ ਸਨ। ਕਿਉਂ? ਜੋ ਸਾਡੇ ਨਾਲ ਦੇ ਹੁੰਦੇ ਤਾਂ ਸਾਡੇ ਨਾਲ ਰਹਿੰਦੇ, ਪਰ ਉਹ ਨਿਕਲ ਗਏ। ਹੁਣ ਵਚਨ ਕੀ ਕਹਿ ਰਿਹਾ? ਜੇ ਕੋਈ ਮਸੀਹ ਆ, ਮਸੀਹ ਬੰਦਾ ਮਸੀਹ ਦੇ ਨਾਲ ਜੁੜਿਆ ਰਹਿੰਦਾ। ਲੇਕਿਨ ਅੱਜ ਲੋਕ ਮਸੀਹਤ ਨੂੰ ਛੱਡ ਕੇ ਕਿਉਂ ਭੱਜਦੇ ਆ? ਜਿਹੜੇ ਚਰਚ ਦੇ ਵਿੱਚ ਸੱਚਾ ਵਚਨ ਸੁਣਾਇਆ ਜਾਂਦਾ, ਲੋਕੀ ਕਿਉਂ ਭੱਜਦੇ? ਕਿਉਂਕਿ ਉਹ ਸਾਡੇ ਨਾਲ ਦੇ ਨਹੀਂ ਸੀ। ਉਹ ਕੌਣ ਸੀ? ਉਹ ਸੱਪ ਦੀ ਸੰਤਾਨ ਸੀ। ਬਾਈਬਲ ਇਸ ਚੀਜ਼ ਨੂੰ ਬਿਆਨ ਕਰਦੀ ਆ। ਪਰ ਉਹ ਨਿਕਲ ਗਏ ਤਾਂ ਜੋ ਪ੍ਰਗਟ ਹੋਣ ਪਈ ਉਹ ਸਭੇ ਸਾਡੇ ਨਾਲ ਦੇ ਨਹੀਂ। ਦੇਖੋ ਵਚਨ ਕਹਿ ਰਿਹਾ ਉਹ ਸਾਡੇ ਨਾਲ ਦੇ ਨਹੀਂ ਸੀ। ਇਸ ਕਰਕੇ ਕੀ ਆ? ਉਹ ਚਲੇ ਗਏ। ਕਿਉਂ ਚਲੇ ਗਏ? ਵਚਨ ਨੂੰ ਸੁਣ ਕੇ ਛੱਡ ਗਏ। ਕਿਉਂਕਿ ਵਚਨ ਨੂੰ ਕੌਣ ਮੰਨਦਾ? ਵਚਨ ਨੂੰ ਉਹੀ ਮਨੁੱਖ ਮੰਨਦਾ ਆ ਜਿਹੜਾ ਪਰਮੇਸ਼ਵਰ ਦਾ ਬੀਜ ਆ। ਜਿਹੜਾ ਪਰਮੇਸ਼ਵਰ ਦਾ ਬੀਜ ਨਹੀਂ ਆ, ਜਿਹੜਾ ਆਪਣੇ ਪਿਓ ਦਾ ਨਹੀਂ ਆ, ਉਹ ਵਚਨ ਨੂੰ ਕਦੇ ਵੀ ਮੰਨੂਗਾ ਨਹੀਂ। ਉਹਨੇ ਕਹਿਣਾ ਨਹੀਂ, ਮੈਂ ਚੱਲ ਨਹੀਂ ਸਕਦਾ। ਕਿਉਂ ਨਹੀਂ ਚੱਲ ਸਕਦਾ? ਕਿਉਂਕਿ ਆਪਣੇ ਪਿਤਾ ਸ਼ੈਤਾਨ ਤੋਂ ਆ। ਤੁਸੀਂ ਉਸ ਦੇ ਵੱਲੋਂ ਜਿਹੜਾ ਪਵਿੱਤਰ ਹੈ ਮਸੇ ਕੀਤੇ ਹੋਏ ਹੋ ਅਤੇ ਸਭੋ ਕੁਝ ਜਾਣਦੇ ਹੋ। ਮੈਂ ਤੁਹਾਨੂੰ ਇਸ ਲਈ ਨਹੀਂ ਲਿਖਿਆ ਜੋ ਤੁਸੀਂ ਸੱਤ ਨੂੰ ਨਹੀਂ ਜਾਣਦੇ, ਸਗੋਂ ਇਸ ਲਈ ਜੋ ਤੁਸੀਂ ਜਾਣਦੇ ਹੋ, ਇਸ ਲਈ ਕਿ ਕੋਈ ਝੂਠ ਸੱਤ ਵਿੱਚੋਂ ਨਹੀਂ। ਹੁਣ ਦੇਖੋ ਵਚਨ ਕਹਿ ਰਿਹਾ ਵੀ ਮੈਂ ਤੁਹਾਨੂੰ ਇਹ ਗੱਲਾਂ ਇਸ ਕਰਕੇ ਨਹੀਂ ਕਹਿ ਰਿਹਾ ਵੀ ਤੁਸੀਂ ਗਲਤ ਹੋ ਜਾਂ ਤੁਸੀਂ ਸਮਝਦੇ ਨਹੀਂ ਹੋ। ਕਹਿੰਦਾ ਮੈਂ ਤੁਹਾਨੂੰ ਸਮਝਾਉਣ ਵਾਸਤੇ ਇਹ ਗੱਲਾਂ ਕਹਿ ਰਿਹਾ ਵੀ ਤੁਹਾਨੂੰ ਨੌਲੇਜ ਹੋਣੀ ਚਾਹੀਦੀ ਆ ਵੀ ਮਸੀਹ ਬੰਦਾ ਕੌਣ ਆ ਤੇ ਸਰੀਰਕ ਬੰਦਾ ਕੌਣ ਆ। ਸਾਨੂੰ ਪਤਾ ਹੋਣਾ ਚਾਹੀਦਾ ਝੂਠਾ ਕੌਣ ਹੈ।
ਪਰ ਉਹ ਜਿਹੜਾ ਯੀਸ਼ੂ ਤੋਂ ਇਨਕਾਰ ਕਰਦਾ ਹੈ ਭਾਈ ਉਹ ਮਸੀਹ ਨਹੀਂ ਆ। ਹੁਣ ਦੇਖੋ ਝੂਠਾ ਕੌਣ ਆ? ਜਿਹੜਾ ਮਸੀਹ ਦਾ ਇਨਕਾਰ ਕਰਦਾ। ਮਸੀਹ ਦਾ ਮਤਲਬ ਹੁੰਦਾ ਆ ਮਸਾ ਕੀਤਾ ਹੋਇਆ। ਜਿਹੜਾ ਮਨੁੱਖ ਮਸਾ ਕੀਤੇ ਹੋਏ ਦਾ ਇਨਕਾਰ ਕਰ ਦਵੇ, ਵਚਨ ਦਾ ਇਨਕਾਰ ਕਰ ਦਵੇ, ਉਹ ਕੌਣ ਆ? ਝੂਠਾ ਆ। ਤੇ ਝੂਠੇ ਨੂੰ ਕਦੇ ਵੀ ਖੁਦਾ ਪਸੰਦ ਨਹੀਂ ਕਰਦਾ, ਕਿਉਂਕਿ ਝੂਠ ਕੀ ਆ? ਝੂਠ ਸ਼ੈਤਾਨ ਆ। ਤੇ ਸੱਚ ਕੀ ਆ? ਸੱਚ ਪਰਮੇਸ਼ਵਰ ਦਾ ਵਚਨ ਆ। ਉਹ ਮਸੀਹ ਦਾ ਵਿਰੋਧੀ ਹੈ ਜਿਹੜਾ ਪਿਤਾ ਅਤੇ ਪੁੱਤਰ ਦਾ ਇਨਕਾਰ ਕਰਦਾ। ਹੁਣ ਦੇਖੋ ਲੋਕੀ ਕਿਹਦਾ ਇਨਕਾਰ ਕਰਦੇ ਆ? ਪਿਤਾ ਅਤੇ ਪੁੱਤਰ ਦਾ ਇਨਕਾਰ ਕਰਦੇ ਆ। ਕਿਉਂ ਇਨਕਾਰ ਕਰਦੇ ਆ? ਉਹ ਕਹਿੰਦੇ ਅਸੀਂ ਪ੍ਰਭੂ ਯੀਸ਼ੂ ਮਸੀਹ ਨੂੰ ਨਹੀਂ ਮੰਨਣਾ। ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਪ੍ਰਭੂ ਯੀਸ਼ੂ ਮਸੀਹ ਹੀ ਪਰਮੇਸ਼ਵਰ ਆ। ਕੋਈ ਤਿੰਨ ਨਹੀਂ ਬੈਠੇ ਜਾਂ ਚਾਰ ਨਹੀਂ ਬੈਠੇ, ਇੱਕੋ ਹੀ ਪਰਮੇਸ਼ਵਰ ਆ ਜਿਹਦਾ ਨਾਮ ਕੀ ਆ? ਪ੍ਰਭੂ ਯੀਸ਼ੂ ਮਸੀਹ। ਹਰੇਕ ਜੋ ਪੁੱਤਰ ਦਾ ਇਨਕਾਰ ਕਰਦਾ ਹੈ, ਹੁਣ ਪੁੱਤਰ ਕੌਣ ਆ? ਪੁੱਤਰ ਦਾ ਇਨਕਾਰ ਕਰਦਾ, ਪਿਤਾ ਉਸਦੇ ਕੋਲ ਨਹੀਂ ਹੈ। ਪੁੱਤਰ ਕੌਣ ਆ? ਯੀਸ਼ੂ ਮਸੀਹ ਨੇ ਕਿਹਾ ਮੈਂ ਪੁੱਤਰ ਆ। ਜਦੋਂ ਧਰਤੀ ਤੇ ਆਇਆ ਉਹ ਪੁੱਤਰ ਬਣ ਕੇ ਆਇਆ। ਹੁਣ ਇਹਦੇ ਵਿੱਚ ਲਿਖਿਆ ਕਹਿੰਦਾ ਜਿਹੜਾ ਕੋਈ ਪੁੱਤਰ ਦਾ ਇਨਕਾਰ ਕਰਦਾ, ਕਹਿੰਦਾ ਉਹ ਕਿਹਦਾ ਇਨਕਾਰ ਕਰਦਾ ਆ? ਕਹਿੰਦਾ ਉਹਦੇ ਕੋਲ ਪਿਤਾ ਨਹੀਂ ਆ, ਉਹਦੇ ਕੋਲ ਕੁਝ ਵੀ ਨਹੀਂ ਆ, ਕਿਉਂਕਿ ਪਿਤਾ ਪੁੱਤਰ ਪਵਿੱਤਰ ਆਤਮਾ ਤਿੰਨੋਂ ਕੀ ਸੀਗੇ? ਤਿੰਨੋਂ ਇੱਕ ਦੁਸ਼ਟਾਂਤ ਸੀਗੇ। ਉਹ ਇੱਕ ਹੀ ਮਨੁੱਖ ਸੀਗਾ ਜਿਹਦਾ ਨਾਮ ਯੀਸ਼ੂ ਮਸੀਹ ਸੀਗਾ। ਜਿਹੜਾ ਮੁੱਢੋਂ ਤੁਸੀਂ ਸੁਣਿਆ ਉਸ ਤੁਹਾਡੇ ਵਿੱਚ ਕਾਇਮ ਰਹੇ। ਜੇ ਉਹ ਤੁਹਾਡੇ ਵਿੱਚ ਕਾਇਮ ਰਹੇ, ਜਿਹੜਾ ਮੁੱਢੋਂ ਤੁਸੀਂ ਸੁਣਿਆ, ਤਾਂ ਤੁਸੀਂ ਵੀ ਪੁੱਤਰ ਅਤੇ ਪਿਤਾ ਵਿੱਚ ਕਾਇਮ ਰਹੋਗੇ। ਹੁਣ ਵਚਨ ਕਹਿੰਦਾ ਜੋ ਤੁਸੀਂ ਵਚਨ ਵਿੱਚ ਸੁਣਿਆ ਆ ਉਸ ਤੇ ਆਮੀਨ ਬੋਲੋ ਤੇ ਤਾਂ ਹੀ ਤੁਸੀਂ ਪਰਮੇਸ਼ਵਰ 'ਚ ਕਾਇਮ ਰਹੋਗੇ, ਨਹੀਂ ਤਾਂ ਤੁਸੀਂ ਪਰਮੇਸ਼ਵਰ 'ਚ ਕਾਇਮ ਨਹੀਂ ਰਹੋਗੇ। ਅੱਜ ਸੰਸਾਰ ਦੇ ਲੋਕਾਂ ਦੇ ਜੀਵਨ ਇਸੇ ਤਰ੍ਹਾਂ ਦੇ ਨੇ। ਲੋਕਾਂ ਨੂੰ ਬਾਈਬਲ ਦੀ ਸਮਝ ਨਹੀਂ ਆ, ਵਚਨ ਦੀ ਸਮਝ ਨਹੀਂ ਆ। ਵਚਨ ਨੂੰ ਕੋਈ ਬੰਦਾ ਕੱਟ ਨਹੀਂ ਸਕਦਾ। ਜੇ ਬਾਈਬਲ ਬਿਆਨ ਕਰਦੀ ਆ ਵੀ ਸੰਸਾਰ ਦੇ ਨਾਲ ਮਿੱਤਰਚਾਰਾ ਨਹੀਂ ਰੱਖਣਾ। ਅੱਜ ਲੋਕੀ ਦੋਸਤੀਆਂ ਪਾਲਦੇ ਆ। ਜੇ ਅਸੀਂ ਆਪਣੇ ਯਾਰਾਂ ਦੋਸਤਾਂ ਨਾਲ ਦੋਸਤੀਆਂ ਪਾਲਦੇ, ਉਹ ਕੀ ਕਰਦੇ ਆ? ਕੀ ਕੋਈ ਮਨੁੱਖ ਤੁਹਾਨੂੰ ਖੁਦਾ ਦੇ ਵਚਨ ਦੇ ਕੋਲ ਲੈ ਕੇ ਜਾ ਰਿਹਾ? ਕਿ ਕੋਈ ਮਨੁੱਖ ਵਧੀਆ ਮਨੁੱਖ ਉਹੀ ਹੁੰਦਾ ਜੇ ਕੋਈ ਭਾਈ ਮਸੀਹ ਆ। ਤੇ ਮਸੀਹ ਭਾਈ ਕੀ ਕਰੂਗਾ? ਉਹ ਦੂਜੇ ਬੰਦੇ ਦੇ ਕੋਲ ਜਾਊਗਾ, ਉਹਨੂੰ ਕਹੂਗਾ ਤੂੰ ਸ਼ਰਾਬ ਨਾ ਪੀਆ ਕਰ, ਗਲਤ ਕੰਮ ਨਾ ਕਰ, ਤੂੰ ਪਰਮੇਸ਼ਵਰ ਦੇ ਵਚਨ ਦੇ ਕੋਲ ਆ। ਮੈਂ ਕਹਿੰਦਾ ਆ ਬਾਈਬਲ ਬਿਆਨ ਕਰਦੀ ਆ ਯੀਸ਼ੂ ਮਸੀਹ ਸਾਰਿਆਂ ਵਾਸਤੇ ਆਇਆ। ਯੀਸ਼ੂ ਮਸੀਹ ਕਿਸੇ ਦਾ ਧਰਮ ਬਦਲ ਨਹੀਂ ਆਇਆ। ਕਿਤੇ ਨਹੀਂ ਲਿਖਿਆ ਵੀ ਯੀਸ਼ੂ ਮਸੀਹ ਨੇ ਕਿਹਾ ਵੀ ਮੈਂ ਹਿੰਦੂ ਵਾਸਤੇ ਆਇਆ, ਮੁਸਲਮਾਨ ਵਾਸਤੇ ਆਇਆ, ਕ੍ਰਿਸਚਨ ਵਾਸਤੇ ਆਇਆ। ਯੀਸ਼ੂ ਮਸੀਹ ਕਿਸੇ ਵਾਸਤੇ ਨਹੀਂ ਆਇਆ। ਯੀਸ਼ੂ ਮਸੀਹ ਕਿਹਦੇ ਵਾਸਤੇ ਆਇਆ? ਜਿਹੜੇ ਉਹਦੇ ਵਚਨ ਤੇ ਚੱਲਦੇ ਆ। ਇੱਥੇ ਕੋਈ ਛਾਪ ਨਹੀਂ ਲਿਖੀ ਬਾਈਬਲ 'ਚ, ਕੋਈ ਮੋਹਰਾਂ ਨਹੀਂ ਲੱਗੀਆਂ ਵੀ ਕ੍ਰਿਸਚਨਾਂ ਦੇ ਨਾਲ ਮੈਂ ਗੱਲ ਕਰੂੰ। ਕ੍ਰਿਸਚਨ ਲੋਕਾਂ ਦੇ ਜੀਵਨ ਜਿੰਨੇ ਗਲਤ ਆ, ਉਹਨੇ ਜੀਵਨ ਕਿਸੇ ਦੇ ਗਲਤ ਨਹੀਂ ਹੋਣੇ, ਕਿਉਂਕਿ ਸੱਚੇ ਪਰਮੇਸ਼ਵਰ ਨੂੰ ਮੰਨਦੇ ਹੋਏ ਵੀ ਲੋਕ ਕਾਹਦੇ ਵਿੱਚ ਚਲੇ ਗਏ ਆ? ਨਸ਼ਿਆਂ ਵਿੱਚ, ਬਦਮਸਤੀਆਂ ਵਿੱਚ ਚਲੇ ਗਏ, ਗਲਤ ਕੰਮ ਕਰਦੇ ਆ। ਕੌਣ? ਮਸੀਹ ਲੋਕ। ਮਸੀਹ ਨੂੰ ਦਾਗ ਕੌਣ ਲਾਉਂਦਾ ਆ? ਮਸੀਹ ਲੋਕ ਹੀ ਮਸੀਹ ਨੂੰ ਦਾਗ ਲਾਉਂਦੇ, ਦੂਜੇ ਨਹੀਂ ਲਾਉਂਦੇ, ਕਿਉਂਕਿ ਉਹਨਾਂ ਨੂੰ ਪਤਾ ਆ ਵੀ ਅਸੀਂ ਚੱਲ ਨਹੀਂ ਸਕਦੇ। ਜਿਹੜਾ ਬੰਦਾ ਨਹੀਂ ਚੱਲੂਗਾ ਉਹ ਪਿੱਛੇ ਹਟ ਜਾਊਗਾ, ਤੇ ਪਿੱਛੇ ਜਦੋਂ ਹਟੂਗਾ ਤੇ ਸੰਸਾਰ ਵਿੱਚ ਜਾਊਗਾ। ਤੇ ਸੰਸਾਰ ਦੇ ਵਿੱਚ ਕੀ ਆ? ਸੰਸਾਰ ਇੱਕ ਪਾਣੀ ਆ। ਜਦੋਂ ਅਸੀਂ ਸੰਸਾਰ 'ਚ ਚੱਲਦੇ ਆ ਖੁਦਾ ਦੇ ਵਚਨ ਨੂੰ ਛੱਡਣ ਤੋਂ ਬਾਅਦ, ਤੇ ਬਾਈਬਲ ਬਿਆਨ ਕਰਦੀ ਉਸ ਬੰਦੇ ਦਾ ਜੀਵਨ ਪਹਿਲਾਂ ਨਾਲੋਂ ਵੀ ਨਿਕੰਮਾ ਹੋ ਜਾਂਦਾ ਹੈ। ਜੇ ਕੋਈ ਬੰਦਾ ਵਚਨ ਨੂੰ ਛੱਡ ਕੇ ਜਾਂਦਾ ਆ, ਜਿਸ ਤਰ੍ਹਾਂ ਬਾਈਬਲ ਬਿਆਨ ਕਰਦੀ, ਜੇ ਕਿਸ ਨੂੰ ਦੁਸ਼ਟ ਆਤਮਾ ਚੁੰਬੜਿਆ ਹੋਵੇ, ਜੇ ਉਹ ਖੁਦਾ ਵਿੱਚ ਕਾਇਮ ਨਹੀਂ ਰਹਿੰਦਾ ਤਾਂ 7 ਦੁਸ਼ਟ ਆਤਮੇ ਹੋਰ ਲੈ ਕੇ ਆਉਂਦਾ ਨਾਲ। ਕਿਉਂ ਲੈ ਕੇ ਆਉਂਦਾ? ਕਹਿੰਦਾ ਸਫਾਈ ਹੋ ਗਈ ਆ, ਇਸ ਘਰ ਦੀ ਸਫਾਈ ਹੋ ਗਈ ਹੈ, ਇਸ ਘਰ ਦੇ ਵਿੱਚ ਵਚਨ ਨਹੀਂ ਆ। ਲੇਕਿਨ ਕੀ ਆ? ਸਫਾਈ ਕਾਹਦੀ ਕਰਨੀ? ਸਫਾਈ ਪਾਪ ਦੀ ਕਰਨੀ ਆ। ਪਾਪ ਦੀ ਸਫਾਈ ਕਰਕੇ ਕੀ ਕਰਨਾ? ਵਚਨ ਨੂੰ ਆਪਣੇ ਅੰਦਰ ਰੱਖਣਾ। ਜਦੋਂ ਵਚਨ ਨਾਲ ਅਸੀਂ ਭਰੇ ਹੋਏ ਹੋਵਾਂਗੇ ਤੇ ਕੀ ਸ਼ੈਤਾਨ ਦੀ ਸ਼ਕਤੀ ਟਿਕ ਸਕਦੀ ਆ? ਕੋਈ ਵੀ ਸ਼ੈਤਾਨ ਦੀ ਸ਼ਕਤੀ ਸਾਡੇ ਅੱਗੇ ਟਿਕ ਨਹੀਂ ਸਕਦੀ, ਕਿਉਂਕਿ ਯੀਸ਼ੂ ਮਸੀਹ ਦਾ ਪਵਿੱਤਰ ਵਚਨ ਸਾਡੇ ਅੰਦਰ ਆ। ਜਿਹਦੇ ਅੰਦਰ ਵਚਨ ਆ ਉਹਦੇ ਅੰਦਰ ਬਿਮਾਰੀ ਨਹੀਂ ਰਹਿ ਸਕਦੀ। ਮੈਂ ਇਨਕਾਰ ਕਰਦਾ ਬਿਮਾਰੀਆਂ ਦਾ। ਜਿਹਦੇ ਅੰਦਰ ਖੁਦਾ ਦਾ ਵਚਨ ਆ, ਕੋਈ ਵੀ ਬਿਮਾਰੀ ਉਹਦੇ ਅੰਦਰ ਠਹਿਰ ਨਹੀਂ ਸਕਦੀ। ਜਾਂ ਤਾਂ ਤੁਹਾਡੇ ਅੰਦਰ ਬਿਮਾਰੀ ਰਹੂਗੀ ਜਾਂ ਖੁਦਾ ਦਾ ਵਚਨ ਰਹੂਗਾ। ਲੇਕਿਨ ਜੇ ਤੁਸੀਂ ਖੁਦਾ ਦੇ ਵਚਨ ਨਾਲ ਭਰੋਗੇ, ਸਿਰਫ ਵਿਸ਼ਵਾਸ ਕਰਨਾ। ਨਬੀ ਨੇ ਕਿਹਾ ਆ ਕੇਵਲ ਵਿਸ਼ਵਾਸ ਕਰ। ਕਹਿੰਦਾ ਜੇ ਤੂੰ ਵਿਸ਼ਵਾਸ ਕਰੇਗਾ ਸਭ ਕੁਝ ਸੰਭਵ ਆ। ਲੇਕਿਨ ਜੇ ਤੁਸੀਂ ਵਿਸ਼ਵਾਸ ਨਹੀਂ ਕਰਦੇ ਤੇ ਫਿਰ ਕੁਝ ਵੀ ਨਹੀਂ ਹੋ ਸਕਦਾ। ਜੇ ਸਾਨੂੰ ਵਿਸ਼ਵਾਸ ਹੈਗਾ ਵੀ ਯੀਸ਼ੂ ਮਸੀਹ ਅੰਨੇ ਕਾਣਿਆਂ ਨੂੰ, ਲੰਗੜੇ ਲੂਲਿਆਂ ਨੂੰ ਚਲਾ ਸਕਦਾ, ਤੇ ਕੀ ਸਾਡੀ ਬਿਮਾਰੀਆਂ ਨਹੀਂ ਖਤਮ ਕਰ ਸਕਦਾ? ਕੀ ਸਾਡੇ ਇਨਫੈਕਸ਼ਨ ਨੂੰ ਨਹੀਂ ਖਤਮ ਕਰ ਸਕਦਾ? ਪ੍ਰਭੂ ਯੀਸ਼ੂ ਮਸੀਹ ਸਭ ਕੁਝ ਕਰ ਸਕਦਾ। ਲੇਕਿਨ ਮੈਂ ਤੁਹਾਨੂੰ ਦੱਸਦਾ ਕਈ ਵਾਰ ਕੀ ਹੁੰਦਾ ਆ, ਕੋਈ ਮਨੁੱਖ ਜਦੋਂ ਡਾਕਟਰ ਦੇ ਕੋਲ ਜਾਂਦਾ, ਕਿਸ ਨੂੰ ਬਿਮਾਰੀ ਹੁੰਦੀ, ਇਨਫੈਕਸ਼ਨ, ਡਾਕਟਰ ਕਹਿੰਦਾ 6 ਮਹੀਨੇ ਆਣਾ ਆ, 3 ਮਹੀਨੇ ਦਵਾਈ ਖਾਣੀ। ਜਾਂ ਮੰਨ ਲਓ ਐਗਜ਼ਾਮਪਲ ਦੇ ਤੌਰ ਤੇ ਕਿਸ ਨੂੰ ਟੀਵੀ ਹੋ ਜਾਂਦੀ ਆ ਤੇ ਕੀ 2 ਦਿਨ ਦੇ ਵਿੱਚੋਂ ਸਹੀ ਹੁੰਦਾ? ਡਾਕਟਰ ਕਹਿੰਦਾ ਤੂੰ 6 ਮਹੀਨੇ ਆਣਾ ਆ। 9 ਜੇ ਕਿਸ ਨੂੰ ਜ਼ਿਆਦਾ ਆ, ਹਾਈ ਟੀਵੀ ਆ, ਬਹੁਤ ਜ਼ਿਆਦਾ ਵਧੀ ਹੋਈ ਹੈ, ਤਾਂ 9 ਮਹੀਨੇ ਦਵਾਈ ਖਾਂਦਾ। ਤੇ ਕੀ ਤੁਸੀਂ ਉਸ ਦਵਾਈ ਨੂੰ ਮਹੀਨੇ 'ਚ ਛੱਡ ਦੇਣਾ? ਜੇ ਅਸੀਂ ਖੁਦਾ ਦੇ ਘਰ ਵਿੱਚ ਆਉਂਦੇ ਹਾਂ ਤੇ ਲੋਕ ਕੀ ਕਹਿੰਦੇ, ਮੈਂ 1 ਹਫ਼ਤੇ ਗਿਆ ਆ, ਮੈਨੂੰ ਤਾਂ ਸ਼ਿਫਾ ਨਹੀਂ ਮਿਲੀ।
ਇਹ ਕਿੱਥੇ ਲਿਖਿਆ ਬਾਈਬਲ ਦੇ ਵਿੱਚ ਵੀ ਇੱਕ ਹਫ਼ਤੇ ਤੈਨੂੰ ਸ਼ਿਫਾ ਮਿਲ ਜੂ? ਬਾਈਬਲ ਬਿਆਨ ਕਰਦੀ ਸਿਰਫ ਵਿਸ਼ਵਾਸ ਕਰ, ਸ਼ਿਫਾ ਦੇਣਾ ਤਾਂ ਮੇਰਾ ਕੰਮ ਆ। ਜੇ ਸ਼ਿਫਾ ਮੇਰੇ ਕੋਲ ਹੁੰਦੀ ਤੇ ਕੀ ਮੈਂ ਲੱਖ ਲੱਖ ਰੁਪਏ ਲੋਕਾਂ ਤੋਂ ਲੈ ਕੇ ਇੱਥੇ ਧੰਦਾ ਨਾ ਸ਼ੁਰੂ ਕਰ ਦਿੰਦਾ ਵੀ ਮੈਂ ਤੁਹਾਡੀ ਕੈਂਸਰ ਦੀ ਬਿਮਾਰੀਆਂ ਸਹੀ ਕਰ ਦੂੰਗਾ? ਕੋਈ ਮਨੁੱਖ ਕਿਸੇ ਦੀ ਬਿਮਾਰੀ ਸਹੀ ਨਹੀਂ ਕਰ ਸਕਦਾ। ਮੈਂ ਕੀ ਕਰਦਾ? ਮੈਂ ਸਿਰਫ ਉਹਦੀ ਭਗਤੀ ਕਰਦਾ ਆ, ਲੇਕਿਨ ਪਵਿੱਤਰ ਆਤਮਾ ਖੁਦ ਕੰਮ ਕਰਦਾ। ਮੈਂ ਅਸੀਂ ਬੇਨਤੀ ਕਰ ਸਕਦਾ ਖੁਦਾ ਦੇ ਅੱਗੇ, ਪ੍ਰਭੂ ਇਸ ਭਾਈ ਦੀ ਬਿਮਾਰੀਆਂ ਨੂੰ ਸਹੀ ਕਰ ਦੇ, ਇਸ ਭਾਈ ਦੇ ਬੰਦ ਰਾਸਤੇ ਨੂੰ ਖੋਲ ਦੇ, ਲੇਕਿਨ ਉਹ ਖੁਦਾ ਦਾ ਕੰਮ ਆ, ਕਿਸੇ ਮਨੁੱਖ ਦਾ ਕੰਮ ਨਹੀਂ ਆ। ਲੇਕਿਨ ਅੱਜ ਦੇ ਜਿਹੜੇ ਮਨੁੱਖ ਆ ਖੁਦਾ ਬਣ ਗਏ, ਕਹਿੰਦੇ ਮੇਰੇ ਚਰਚ ਆ ਜਾਓ ਤੁਹਾਨੂੰ ਕੋਠੀ ਮਿਲ ਜੂਗੀ। ਬਾਈਬਲ 'ਚ ਕਿਤੇ ਨਹੀਂ ਲਿਖਿਆ। ਬਾਈਬਲ 'ਚ ਲਿਖਿਆ ਆ ਪਹਿਲਾਂ ਮੇਰੇ ਰਾਜ ਦੀ ਭਾਲ ਕਰ, ਕਹਿੰਦਾ ਇਹ ਚੀਜ਼ਾਂ ਤੇਰੇ ਪਿੱਛੇ ਪਿੱਛੇ ਮਿਲਣਗੀਆਂ। ਇਹ ਕੀ ਆ? ਅਸੀਂ ਲੋਕਾਂ ਨੂੰ ਗਲਤ ਸਿਖਾਉਂਦੇ ਆ ਵੀ ਤੂੰ ਚਰਚ ਆਣਾ ਸ਼ੁਰੂ ਕਰ ਦੇ, ਤੈਨੂੰ 1 ਕਰੋੜ ਰੁਪਏ ਮਿਲ ਜੂ। ਜੇ ਨਾ ਮਿਲਿਆ 1 ਕਰੋੜ ਰੁਪਇਆ, ਫਿਰ ਉਹ ਬੰਦਾ ਆਤਮ ਹੱਤਿਆ ਕਰ ਲੂਗਾ। ਉਹਨੇ ਕਹਿਣਾ ਵੀ ਝੂਠੇ ਐ। ਗਲਤ ਨਹੀਂ ਸਿਖਾਉਣਾ ਚਾਹੀਦਾ। ਬਾਈਬਲ ਬਿਆਨ ਕਰਦੀ ਪਹਿਲੋਂ ਕੀ ਕਰ? ਪਰਮੇਸ਼ਵਰ ਦੀ ਭਾਲ ਕਰ। ਜਿਹਦੇ ਕੋਲ ਪਰਮੇਸ਼ਵਰ ਆ, ਕੀ ਉਹ ਪਰਮੇਸ਼ਵਰ ਜਿਹਦੇ ਕੋਲ ਹੈਗਾ ਆ, ਕੀ ਉਹ ਕਿਸੇ ਚੀਜ਼ ਦਾ ਘਾਟਾ ਰਹਿਣ ਦਊਗਾ ਕਿਸ ਨੂੰ? ਇਸ ਤਰ੍ਹਾਂ ਕਦੇ ਵੀ ਨਹੀਂ ਹੋ ਸਕਦਾ ਵੀ ਜਿਹਦੇ ਕੋਲ ਪਰਮੇਸ਼ਵਰ ਹੋਵੇ ਉਹਨੂੰ ਕਿਸੇ ਚੀਜ਼ ਦਾ ਘਾਟਾ ਹੋਵੇ। ਕਈ ਵਾਰ ਕੀ ਹੁੰਦਾ ਆ, ਜਦੋਂ ਅਸੀਂ ਦਵਾਈ ਖਾਂਦੇ ਆ, ਮੰਨ ਲਓ ਕੋਈ ਮਰੀਜ਼ ਟੀਵੀ ਦੀ ਦਵਾਈ ਖਾ ਰਿਹਾ, ਤੇ ਕੀ ਹੁੰਦਾ ਆ, ਉਹ ਇਕੱਠੀ ਨਹੀਂ ਖਾ ਸਕਦਾ। ਇਕੱਠੀ ਨਹੀਂ ਖਾ ਸਕਦਾ। ਖੁਦਾ ਨੂੰ ਪਤਾ ਆ ਵੀ ਇਹਨੂੰ ਹੌਲੀ ਹੌਲੀ ਡੋਜ਼ ਦੇਣੀ ਆ। ਖੁਦਾ ਵੀ ਹੌਲੀ ਹੌਲੀ ਡੋਜ਼ ਦਿੰਦਾ ਹੈ। ਜੇ ਸਾਨੂੰ ਕੋਈ ਦੁੱਖ ਤਕਲੀਫਾਂ ਆ, ਖੁਦਾ ਨੂੰ ਪਤਾ ਹੋ ਸਕਦਾ ਤੁਹਾਡੀ ਬਿਮਾਰੀ ਬਹੁਤ ਵੱਡੀ ਹੋਵੇ, ਕੋਈ ਸੰਸਾਰ ਦੇ ਵਿੱਚ ਕੋਈ ਡਾਕਟਰ ਠੀਕ ਨਾ ਕਰ ਸਕਦਾ ਹੋਵੇ, ਲੇਕਿਨ ਖੁਦਾ ਨੂੰ ਵੀ ਪਤਾ। ਖੁਦਾ ਕੀ ਕਰਦਾ? ਆਪਣੇ ਸਿਸਟਮ ਦੇ ਨਾਲ ਕੰਮ ਕਰਦਾ। ਇਸ ਕਰਕੇ ਖੁਦਾ ਨੂੰ ਕੰਮ ਕਰਨ ਦਿਓ, ਆਪਣੀਆਂ ਸੋਚਾਂ ਵਿਚਾਰਾਂ ਨੂੰ ਵਿੱਚ ਨਾ ਲੈ ਕੇ ਆਓ, ਕਿਉਂਕਿ ਜਦੋਂ ਖੁਦਾ ਨੇ ਕੰਮ ਕਰਨਾ ਆ ਤੇ ਉਹ ਕੀ ਕਰਦਾ? ਮਨੁੱਖ ਦੀ ਸੋਚ ਤੋਂ ਬਾਹਰ ਕੰਮ ਕਰਦਾ। ਖੁਦਾ ਮਨੁੱਖਾਂ ਦੀ ਸੋਚਾਂ ਦੇ ਦੁਆਰਾ ਕੰਮ ਨਹੀਂ ਕਰਦਾ। ਖੁਦਾ ਕੀ ਕਰਦਾ? ਆਪਣੀ ਸੋਚ ਦੇ ਦੁਆਰਾ ਕੰਮ ਕਰਦਾ ਹੈ। ਅਸੀਂ ਸੋਚਦੇ ਪ੍ਰਭੂ ਅੱਜ ਮੈਂ ਤੈਨੂੰ ਮੰਨਿਆ, ਮੈਨੂੰ ਸਾਰਾ ਕੁਝ ਮਿਲ ਜਾਵੇ। ਇਸ ਤਰ੍ਹਾਂ ਨਹੀਂ ਆ। ਖੁਦਾ ਦਊਗਾ, ਖੁਦਾ ਨੇ ਸਿਖਾਉਣਾ ਆ ਪਹਿਲਾਂ। ਜਿਸ ਤਰ੍ਹਾਂ ਇੱਕ ਬੱਚਾ ਹੁੰਦਾ ਆ, ਚਰਚ ਵਿੱਚ ਬੈਠਾ, ਅਸੀਂ ਕੀ ਕਰ ਰਹੇ? ਇਹਨਾਂ ਨੂੰ ਸਿਖਾ ਰਹੇ ਆ। ਲੇਕਿਨ ਕੀ ਇਹ ਇੱਕਦਮ ਜੇ ਕੋਈ ਬੱਚਾ ਆ, ਕੀ ਉਹਨੂੰ ਅਸੀਂ ਮਾਸ ਖਵਾ ਦਾਂਗੇ? ਬੱਚੇ ਨੂੰ ਪਹਿਲਾਂ ਦੁੱਧ ਪਿਲਾਇਆ ਜਾਂਦਾ ਆ। ਜਦੋਂ ਬੱਚੇ ਨੂੰ ਦੁੱਧ ਪਿਲਾਇਆ ਜਾਂਦਾ ਆ, ਉਹਦੇ ਬਾਅਦ ਉਹਦੇ ਦੰਦ ਆਉਂਦੇ ਆ, ਫਿਰ ਉਹ ਮਾਸ ਖਾਣਾ ਸ਼ੁਰੂ ਕਰਦਾ। ਇਸੇ ਤਰ੍ਹਾਂ ਮਸੀਹ ਜੀਵਨ ਆ। ਪ੍ਰਭੂ ਪਹਿਲਾਂ ਸਿਖਾਉਂਦਾ ਆ ਵੀ ਮਸੀਹ ਜੀਵਨ ਹੈ ਕੀ ਆ। ਜੇ ਮੰਨ ਲਓ ਇੱਕ ਬੱਚੇ ਨੂੰ ਮਾਸ ਉਹਦੇ ਮੂੰਹ 'ਚ ਰੱਖ ਦਿੱਤਾ ਜਾਵੇ ਤਾਂ ਕੀ ਉਹ ਚੱਪ ਸਕਦਾ ਉਹਦੇ ਮਾਸ ਨੂੰ? ਉਹ ਕਦੇ ਵੀ ਮਾਸ ਨੂੰ ਚੱਪ ਨਹੀਂ ਸਕਦਾ, ਮਾਸ ਨੂੰ ਖਾ ਨਹੀਂ, ਕਿਉਂਕਿ ਉਹਦੇ ਦੰਦ ਨਹੀਂ ਆ। ਇਸੇ ਤਰ੍ਹਾਂ ਮਸੀਹ ਜੀਵਨ ਆ। ਜਦੋਂ ਤੁਸੀਂ ਮਸੀਹ ਦੇ ਵਿੱਚ ਆਉਂਦੇ ਹੋ, ਤੁਸੀਂ ਬੱਚੇ ਹੁੰਦੇ ਹੋ। ਜਦੋਂ ਬੱਚਾ ਵੱਧਦਾ ਆ, ਵੱਧਦਾ ਜਵਾਨ ਹੁੰਦਾ ਆ, ਜਵਾਨੀ ਵਿੱਚ ਆਉਂਦਾ ਆ, ਉਹਦੇ ਵਿੱਚ ਯੌਵਨ ਆਉਂਦਾ ਆ, ਜਵਾਨੀ ਵਿੱਚ ਚੱਲਦਾ ਆ, ਉਹਦੇ ਦੰਦ ਆਉਂਦੇ ਆ, ਉਹਨੂੰ ਸਮਝ ਆਉਂਦੀ ਆ, ਬੁੱਧ ਆਉਂਦੀ। ਇਸੇ ਤਰ੍ਹਾਂ ਮਸੀਹ ਜੀਵਨ ਆ। ਜਿਹੜੇ ਕੋਈ ਮਸੀਹ ਦੇ ਵਿੱਚ ਨਵਾਂ ਆਉਂਦਾ, ਜਿਹਦਾ ਬਾਈਬਲ ਬਿਆਨ ਕਰਦੀ ਆ, ਜਵਾਨ ਦਰਸ਼ਨ ਵੇਖਣਗੇ, ਲੇਕਿਨ ਬਜ਼ੁਰਗ ਕੀ ਦੇਖਦੇ ਆ? ਬਜ਼ੁਰਗ ਸੁਪਨੇ ਦੇਖਦੇ ਆ। ਦਰਸ਼ਨ ਦਾ ਮਤਲਬ ਹੁੰਦਾ ਜਦੋਂ ਕੋਈ ਖੁਦਾ ਵਿੱਚ ਆਉਂਦਾ। ਜਵਾਨ ਦਾ ਮਤਲਬ ਹੁੰਦਾ ਆ ਜਿਹੜੇ ਕੋਈ ਨਵਾਂ ਭੈਣ ਭਾਈ ਆਉਂਦਾ, ਉਹ ਜਵਾਨ ਹੁੰਦਾ ਆ, ਉਹ ਬਜ਼ੁਰਗ ਨਹੀਂ ਹੋਇਆ ਹੁੰਦਾ, ਜਵਾਨੀ ਵਿੱਚ ਆਇਆ ਹੁੰਦਾ ਖੁਦਾ ਦੇ ਵਿੱਚ। ਖੁਦਾ ਉਹਨੂੰ ਕੀ ਕਰਦਾ? ਦਰਸ਼ਨ ਦਿਖਾਉਂਦਾ। ਖੁਦਾ ਉਹਦੇ ਨਾਲ ਕੰਮਾਂ ਨੂੰ ਪ੍ਰਗਟ ਕਰਦਾ। ਜੋ ਬਾਈਬਲ ਬਿਆਨ ਕਰਦੀ ਆ, ਆਪਣੇ ਵਾਅਦਿਆਂ ਨੂੰ ਪ੍ਰਗਟ ਕਰਦਾ। ਜਦੋਂ ਵਾਅਦੇ ਪ੍ਰਗਟ ਹੁੰਦੇ, ਉਹਦਾ ਵਿਸ਼ਵਾਸ ਵੱਧਦਾ ਆ। ਫਿਰ ਕੀ ਹੁੰਦਾ? ਉਹ ਬਜ਼ੁਰਗ ਹੋ ਜਾਂਦਾ ਆ। ਉਮਰ ਦੇ ਨਾਲ ਬਜ਼ੁਰਗੀ ਨਹੀਂ ਹੁੰਦੀ, ਬਜ਼ੁਰਗੀ ਹੁੰਦੀ ਹੈ ਵਚਨ ਦੀ ਸਮਝ ਦੇ ਨਾਲ। ਜਿਹੜਾ ਬੰਦਾ ਵਚਨ ਦੀ ਸਮਝ ਰੱਖਦਾ, ਉਹ ਬਜ਼ੁਰਗ ਹੁੰਦਾ ਆ। ਇਸੇ ਤਰ੍ਹਾਂ ਬਾਈਬਲ ਵਿੱਚ ਜਿਸ ਤਰ੍ਹਾਂ ਲਿਖਿਆ ਹੈ, ਜੋ ਬਾਈਬਲ ਦੀ ਗੱਲਾਂ ਹੈ ਬਿਲਕੁਲ ਸੱਚ ਆ। ਬਾਈਬਲ ਦੇ ਵਚਨ ਨੂੰ ਕੋਈ ਵੀ ਮਨੁੱਖ ਕੱਟ ਨਹੀਂ ਸਕਦਾ। ਹੁਣ ਇਹਦੇ ਵਿੱਚ ਲਿਖਿਆ ਆ ਪਾਪ ਨਹੀਂ ਕਰਦਾ। ਹਰ ਕੋਈ ਜਿਹੜਾ ਪਾਪ ਕਰਦਾ ਉਸਨੂੰ ਨਹੀਂ ਵੇਖਿਆ, ਨਾ ਉਸਨੂੰ ਜਾਣਿਆ। ਹੁਣ ਦੇਖੋ ਬਾਈਬਲ ਬਿਆਨ ਕਰਦੀ ਜਿਹੜੇ ਮਨੁੱਖ ਪਾਪ ਕਰਦੇ ਆ, ਵਚਨ ਤੋਂ ਬਾਹਰ ਜਾਂਦੇ, ਕਹਿੰਦੇ ਉਹਨਾਂ ਨੇ ਪਰਮੇਸ਼ਰ ਨੂੰ ਦੇਖਿਆ ਹੀ ਨਹੀਂ ਆ, ਨਾ ਪਰਮੇਸ਼ਰ ਨੂੰ ਜਾਣਦੇ ਆ। ਕਿਉਂਕਿ ਜੇ ਤੁਹਾਡੇ ਕੋਲ ਪਰਮੇਸ਼ਰ ਆ, ਫਿਰ ਤੁਹਾਡਾ ਜੀਵਨ ਸੁਧਰਨਾ ਚਾਹੀਦਾ। ਸਾਡਾ ਜੀਵਨ ਤਾਂ ਸੁਧਰਿਆ ਨਹੀਂ ਤਾਂ ਅਸੀਂ ਦਾਅਵਾ ਕਰਦੇ ਸਾਡੇ ਕੋਲ ਪਰਮੇਸ਼ਰ ਆ। ਜਿਹਦਾ ਜੀਵਨ ਸੁਧਰਿਆ ਹੋਵੇ ਉਹਨੂੰ ਦੱਸਣ ਦੀ ਲੋੜ ਨਹੀਂ ਆ। ਪਵਿੱਤਰ ਆਤਮਾ ਨੂੰ ਦੱਸਣ ਦੀ ਲੋੜ ਨਹੀਂ ਆ। ਪਵਿੱਤਰ ਆਤਮਾ ਦੇ ਕੰਮ ਆਪਣੇ ਆਪ ਹੀ ਪ੍ਰਗਟ ਹੁੰਦੇ। ਲੋਕਾਂ ਨੂੰ ਉਹਦੇ ਜੀਵਨ ਦੇਖ ਕੇ, ਉਹਦਾ ਕਰੈਕਟਰ ਦੇਖ ਕੇ ਪਤਾ ਲੱਗਦਾ ਵੀ ਬੰਦਾ ਮਸੀਹ ਬਣ ਗਿਆ। ਸਾਨੂੰ ਦੱਸਣ ਦੀ ਲੋੜ ਨਹੀਂ ਵੀ ਮੈਂ ਮਸੀਹ ਬਣ ਗਿਆ। ਮੈਂ ਰੋਲਾ ਨਹੀਂ ਪਾਉਂਦਾ ਕਿਸੇ ਨੂੰ ਜਾ ਕੇ ਵੀ ਮੈਂ ਪਾਸਟਰ ਬਣ ਗਿਆ ਜਾਂ ਮੈਂ ਮਸੀਹ ਬਣ ਗਿਆ। ਕੀ ਆ? ਸਾਡੇ ਕੰਮਾਂ ਦੇ ਦੁਆਰਾ ਹੀ ਪ੍ਰਗਟਾਵਾ ਹੋਵੇਗਾ ਤੁਸੀਂ ਮਸੀਹ ਹੋ ਕਿ ਨਹੀਂ ਹੋ। ਵਿਸ਼ਵਾਸ ਦੁਆਰਾ ਪਰਖੇ ਜਾਓਗੇ ਵੀ ਤੁਸੀਂ ਮਸੀਹ ਹੋ ਕਿ ਨਹੀਂ ਹੋ। ਹੇ ਬੱਚਿਓ, ਕੋਈ ਤੁਹਾਨੂੰ ਨਾ ਭਰਮਾਵੇ। ਜਿਹੜਾ ਧਰਮ ਕਰਦਾ ਹੈ ਸੋ ਧਰਮੀ ਹੈ। ਦੇਖੋ ਬਚਨ ਕੀ ਕਹਿ ਰਿਹਾ, ਜਿਹੜਾ ਕੋਈ ਧਰਮ ਕਰਦਾ ਉਹ ਕੌਣ ਆ? ਧਰਮੀ ਆ। ਪਰ ਕਹਿੰਦਾ ਜੋ ਕੋਈ ਧਰਮ ਕਰਦਾ ਧਰਮੀ ਹੈ, ਜਿਵੇਂ ਉਹ ਧਰਮੀ ਹੈ। ਆਪ ਜਿਹੜਾ ਪਾਪ ਕਰਦਾ ਉਹ ਸ਼ੈਤਾਨ ਤੋਂ। ਹੁਣ ਦੇਖੋ ਮੈਂ ਨਹੀਂ ਕਹਿ ਰਿਹਾ ਜਿਹੜਾ ਪਾਪ ਕਰਦਾ। ਪਾਪ ਕੀ ਆ? ਵਚਨ ਤੋਂ ਬਾਹਰ ਕੰਮ ਕਰਨੇ। ਜੇ ਕੋਈ ਮਸੀਹ ਭੈਣ ਭਾਈ ਆ, ਵਿਆਹਾਂ ਤੇ ਜਾਂਦੇ, ਡਾਂਸ ਕਰਦੇ, ਨੱਚਦੇ ਆ, ਇਹ ਕੀ ਆ? ਪਾਪ ਆ। ਇਹੀ ਪਾਪ ਆ। ਫਿਲਮਾਂ ਦੇਖਣੀਆਂ ਪਾਪ ਆ, ਮੇਕਅਪ ਕਰਨਾ ਪਾਪ ਆ, ਬਾਲ ਕਟਾਣੇ ਪਾਪ ਆ, ਲਿਪਸਟਿਕ ਲਗਾਣੀ ਪਾਪ ਆ, ਜੀਨ ਦੀ ਪੈਂਟਾਂ ਜੇ ਕੁੜੀਆਂ ਪਾਉਂਦੀਆਂ, ਨਿੱਕਰਾਂ ਪਾਉਂਦੀਆਂ, ਇਹ ਕੀ ਆ? ਪਾਪ ਆ। ਸਾਰਾ ਕੁਝ ਪਾਪ ਆ। ਜੇ ਤੁਸੀਂ ਪਰਮੇਸ਼ਵਰ ਦੇ, ਜੇ ਤੁਸੀਂ ਕੋਈ ਮਸੀਹ ਭਾਈ ਕਿਸ ਨੂੰ ਠੱਗੀ ਮਾਰਦਾ ਆ, ਕਿਸ ਨੂੰ ਠੱਗਦਾ ਆ, ਇਹ ਵੀ ਪਾਪ ਆ।
ਬਾਈਬਲ ਬਿਆਨ ਕਰਦੀ ਹੈ ਸਾਰੇ ਪਾਪ ਆ, ਤੇ ਜਿਹੜੇ ਪਾਪ ਕਹਿੰਦਾ ਜੋ ਪਾਪ ਕਰਦਾ ਸ਼ੈਤਾਨ ਤੋਂ ਹੈ। ਫਿਰ ਕਿਹਦੇ ਤੋਂ ਆ? ਸ਼ੈਤਾਨ ਤੋਂ ਆ। ਕਿਉਂ? ਜੋ ਸ਼ੈਤਾਨ ਮੁੱਢੋਂ ਹੀ ਪਾਪ ਕਰਦਾ ਆਇਆ ਹੈ। ਸ਼ੈਤਾਨ ਕੀ ਕਰਦਾ ਆਇਆ ਮੁੱਢ ਤੋਂ? ਜਦੋਂ ਕੈਨ ਪੈਦਾ ਹੋਇਆ ਸੀਗਾ, ਉਹਨੇ ਕੀ ਕੀਤਾ? ਸਭ ਤੋਂ ਪਹਿਲਾਂ ਉਤਪਤ ਦੇ ਵਿੱਚ ਉਹਨੇ ਕੀ ਕੀਤਾ? ਆਪਣੇ ਭਰਾ ਹਾਬਲ ਨੂੰ ਮਾਰਿਆ। ਭਰਾ ਉਹਦਾ ਨਾਮ ਦਾ ਸੀ, ਲੇਕਿਨ ਆਪਣੇ ਪਿਤਾ ਸ਼ੈਤਾਨ ਤੋਂ ਸੀਗਾ। ਤੇ ਬਾਈਬਲ ਬਿਆਨ ਕਰਦੀ ਆ, ਜੇ ਤੁਸੀਂ ਪਾਪ ਕਰਦੇ ਹੋ, ਜੇ ਤੁਸੀਂ ਵਚਨ ਤੋਂ ਬਾਹਰ, ਮੂਰਤੀ ਪੂਜਾ ਕੀ ਹੈ? ਪੱਥਰਾਂ ਨੂੰ ਪੂਜਣਾ ਮੂਰਤੀ ਪੂਜਾ ਨਹੀਂ ਹੁੰਦੀ। ਅੱਜ ਬਹੁਤ ਲੋਕ ਕਨਵਰਟ ਹੋਏ ਨੇ, ਕਨਵਰਟ ਹੋ ਕੇ ਮਸੀਹ ਵਿੱਚ ਆਉਂਦੇ ਆ, ਮੂਰਤੀ ਪੂਜਾ ਛੱਡ ਦਿੰਦੇ। ਉਹ ਮੂਰਤੀ ਪੂਜਾ ਨਹੀਂ, ਮੂਰਤੀ ਪੂਜਾ ਹੁੰਦੀ ਆ ਜਿਹੜੀ ਸਾਡੇ ਅੰਦਰ ਬੈਠੀ ਆ। ਕਿਸ ਨਾਲ ਈਰਖਾ ਕਰਨੀ, ਜੇ ਕੋਈ ਭਾਈ ਆ ਕਿਸੇ ਔਰਤ ਨੂੰ ਬੁਰੀ ਨਜ਼ਰ ਨਾਲ ਦੇਖਦਾ, ਇਹ ਵੀ ਮੂਰਤੀ ਪੂਜਾ ਆ। ਹਰ ਕੋਈ ਕੰਮ ਜਿਹੜਾ ਵਚਨ ਤੋਂ ਬਾਹਰ ਆ, ਬਾਈਬਲ ਬਿਆਨ ਕਰਦੀ ਸਭ ਕੁਝ ਕੀ ਆ? ਮੂਰਤੀ ਪੂਜਾ ਆ। ਤੇ ਜਿਹੜਾ ਪਾਪ ਕਰਦਾ ਉਹ ਕੌਣ ਆ? ਸ਼ੈਤਾਨ ਦਾ ਪੁੱਤਰ ਆ। ਪਰਮੇਸ਼ਵਰ ਦਾ ਪੁੱਤਰ ਇਸੇ ਲਈ ਪ੍ਰਗਟ ਹੋਇਆ ਭਈ ਸ਼ੈਤਾਨ ਦੇ ਕੰਮਾਂ ਨੂੰ ਨਸ਼ਟ ਕਰੇ। ਹੁਣ ਪਰਮੇਸ਼ਵਰ ਦਾ ਪੁੱਤਰ ਜਿਹੜਾ ਪ੍ਰਭੂ ਯੀਸ਼ੂ ਮਸੀਹ ਸੀ, ਕਿਉਂ ਪ੍ਰਗਟ ਹੋਇਆ? ਯੀਸ਼ੂ ਮਸੀਹ ਇਸ ਕਰਕੇ ਪ੍ਰਗਟ ਹੋਇਆ ਕਿਉਂਕਿ ਸੰਸਾਰ 'ਚ ਪਾਪ ਵੱਧ ਗਿਆ ਸੀਗਾ। ਉਹਨੇ ਧਰਤੀ ਤੇ ਦੇਹ ਇਸ ਕਰਕੇ ਲਈ ਕਿ ਮੈਂ ਪਾਪ ਨੂੰ ਖਤਮ ਕਰ ਸਕਾਂ। ਲੇਕਿਨ ਕੀ ਹੋਇਆ? ਉਸ ਸਮੇਂ ਜਿਹੜੇ ਮਸੀਹ ਲੋਕ ਸੀ, ਸ਼ੈਤਾਨ ਦੀ ਸ਼ਕਤੀਆਂ ਨਾਲ ਭਰੇ ਹੋਏ ਸੀ, ਈਰਖਾ ਨਾਲ ਭਰੇ ਹੋਏ ਸੀ। ਉਹਨਾਂ ਨੇ ਕੀ ਕੀਤਾ? ਵਚਨ ਨੂੰ ਹੀ ਮਾਰ ਸੁੱਟਿਆ। ਵਚਨ ਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਲੇਕਿਨ ਕੀ ਵਚਨ ਕਦੇ ਮਰਦਾ ਹੈ? ਜਿਹੜਾ ਵਚਨ ਜਿਹਨੇ ਧਰਤੀ ਆਕਾਸ਼ ਨੂੰ ਬਣਾਇਆ, ਕੀ ਉਸ ਨੂੰ ਮਨੁੱਖ ਮਾਰ ਸਕਦਾ ਹੈ? ਕਦੇ ਇਸ ਤਰ੍ਹਾਂ ਵੀ ਹੋਇਆ ਵੀ ਮਿੱਟੀ ਘੁਮਿਆਰ ਨੂੰ ਮਾਰ ਦੇਵੇ? ਕਿਉਂਕਿ ਮਿੱਟੀ ਕੀ ਹੁੰਦੀ? ਮੁਰਦਾ ਹੁੰਦੀ। ਅਸੀਂ ਕੀ ਆ? ਅਸੀਂ ਮੁਰਦਾ ਸੀਗੇ, ਲੇਕਿਨ ਜਦੋਂ ਯੀਸ਼ੂ ਮਸੀਹ ਦੇਹ ਲੈ ਕੇ ਆਇਆ, ਉਹਨੇ ਕੀ ਕੀਤਾ? ਸਾਡੇ ਵਿੱਚ ਜੀਵਨ ਦਾ ਸਾਹ ਫੂਕਿਆ। ਜੀਵਨ ਦਾ ਸਾਹ ਕਿਹੜਾ ਆ? ਜਿਹੜਾ ਵਚਨ ਤੇ ਚੱਲਦਾ ਆ, ਉਹਦੇ ਅੰਦਰ ਜੀਵਨ ਦਾ ਸਾਹ ਹੈ। ਮੈਂ ਇਸ ਸਾਹ ਦੀ ਗੱਲ ਨਹੀਂ ਕਰਦਾ, ਇਹ ਸਾਹ ਤਾਂ ਸਾਰਿਆਂ ਕੋਲ ਹੀ ਆ। ਇਹ ਸਾਹ ਦੀ ਗੱਲ ਨਹੀਂ ਕਰਦਾ। ਜਿਹਦੇ ਅੰਦਰ ਵਚਨ ਨਹੀਂ ਆ, ਉਹ ਬੰਦਾ ਮੁਰਦਾ ਆ। ਜਿਹਦੇ ਅੰਦਰ ਵਚਨ ਆਂਦਾ, ਬੰਦਾ ਮੁਰਦਾ ਨਹੀਂ ਰਹਿੰਦਾ, ਉਹ ਜਿਉਂਦਾ ਹੋ ਜਾਂਦਾ ਆ। ਕਿ ਅੱਜ ਤੁਸੀਂ ਜਿਉਂਦੇ ਨਹੀਂ ਹੋਏ, ਕਿ ਅੱਜ ਤੁਹਾਡੇ ਅੰਦਰ ਵਚਨ ਨਹੀਂ ਆਇਆ। ਜੇ ਤੁਹਾਡੇ ਅੰਦਰ ਵਚਨ ਆਇਆ ਤਾਂ ਹੀ ਤੁਹਾਡੇ ਅੰਦਰ ਮੂੰਹ 'ਚ ਹਾਲੇਲੂਇਆ ਆਮੀਨ ਨਿਕਲਦਾ, ਕਿਉਂਕਿ ਤੁਸੀਂ ਮੁਰਦਾ ਨਹੀਂ ਰਹੇ। ਕਿਉਂਕਿ ਯੀਸ਼ੂ ਮਸੀਹ ਨੇ ਤੁਹਾਡੇ ਅੰਦਰ ਕੀ ਫੂਕਿਆ? ਜੀਵਨ ਦਾ ਸਾਹ ਫੂਕਿਆ ਆ। ਕਹਿੰਦਾ ਹਰ ਕੋਈ ਜਿਹੜਾ ਪਰਮੇਸ਼ਵਰ ਤੋਂ ਜੰਮਿਆ ਪਾਪ ਨਹੀਂ ਕਰਦਾ। ਪਰਮੇਸ਼ਵਰ ਤੋਂ ਜੰਮਿਆ ਹੋਇਆ ਬੰਦਾ ਪਾਪ ਨਹੀਂ ਕਰਦਾ। ਕਿਉਂ? ਜੋ ਉਸ ਦਾ ਬੀਜ ਉਸ ਵਿੱਚ ਰਹਿੰਦਾ ਹੈ ਅਤੇ ਉਹ ਪਾਪ ਨਹੀਂ ਕਰ ਸਕਦਾ। ਇਸ ਲਈ ਜੋ ਉਹ ਪਰਮੇਸ਼ਵਰ ਤੋਂ ਜੰਮਿਆ ਹੋਇਆ ਹੈ, ਇਸ ਤੋਂ ਪਰਮੇਸ਼ਵਰ ਦੇ ਬਾਲਕ ਅਤੇ ਸ਼ੈਤਾਨ ਦੇ ਬਾਲਕ ਪ੍ਰਗਟ ਹੁੰਦੇ ਹਨ। ਕਹਿੰਦਾ ਇਸ ਤੋਂ ਹੀ ਪਤਾ ਲੱਗਦਾ ਆ, ਸਾਡੇ ਕੰਮਾਂ ਤੋਂ ਪਤਾ ਲੱਗਦਾ ਆ ਵੀ ਅਸੀਂ ਕੌਣ ਆ, ਪਰਮੇਸ਼ਵਰ ਦੀ ਸੰਤਾਨ ਆ ਕਿ ਸ਼ੈਤਾਨ ਦੀ ਸੰਤਾਨ ਆ। ਕੰਮਾਂ ਦੁਆਰਾ ਪਤਾ ਲੱਗੂ। ਮੰਨ ਲਓ ਅਸੀਂ ਕਿਸੇ ਬੰਦੇ ਨੂੰ ਐਗਜ਼ਾਮਪਲ ਦਿੰਨਾ, ਕਿਸੇ ਪਰਸਨ ਨੂੰ ਅਸੀਂ ਮਿਲਣ ਜਾਂਦੇ ਆ, ਜਾਂ ਅਸੀਂ ਕਿਸੇ ਰਿਸ਼ਤੇਦਾਰ ਨੂੰ, ਜਾਂ ਮੰਨ ਲਓ ਅਸੀਂ ਕਿਸੇ ਨਾਲ ਰਿਸ਼ਤਾ ਜੋੜਦੇ ਆ। ਕਈ ਵਾਰੀ ਹੈ ਨਾ, ਕੋਈ ਆਪਣੀ ਬੇਟੀ ਦਾ ਰਿਸ਼ਤਾ ਕਿਸੇ ਨਾਲ ਕਰਦਾ ਆ ਜਾਂ ਕੁਛ ਹੁੰਦਾ, ਲੇਕਿਨ ਕਦੋਂ ਪਤਾ ਲੱਗਦਾ? ਜਦੋਂ ਅਸੀਂ ਕੀ ਕਰਦੇ? ਮਿਲਦੇ ਵਰਤਦੇ ਆ ਉਹਦੇ ਨਾਲ, ਜਾਂ ਅਸੀਂ ਕਿਸੇ ਨਾਲ ਯਾਰੀ ਦੋਸਤੀ ਪਾਉਂਦੇ ਆ। ਕੀ ਅਸੀਂ ਉਹਦੇ ਪਹਿਰਾਵੇ ਤੋਂ ਪਛਾਣ ਸਕਦੇ ਵੀ ਬੰਦਾ ਵਧੀਆ ਆ? ਲੇਕਿਨ ਜਦੋਂ ਅਸੀਂ ਉਹਦੀ ਆਦਤਾਂ ਨੂੰ ਦੇਖਦੇ ਆ, ਸਾਨੂੰ ਉਦੋਂ ਪਤਾ ਲੱਗਦਾ ਬੰਦਾ ਸਹੀ ਹੈ ਕਿ ਗਲਤ ਆ। ਇਸੇ ਤਰ੍ਹਾਂ ਮਸੀਹ ਜੀਵਨ ਆ। ਜਦੋਂ ਤੁਸੀਂ ਮਸੀਹ ਜੀਵਨ 'ਚ ਆਉਂਦੇ, ਤੁਹਾਡੇ ਕੰਮਾਂ ਦੁਆਰਾ ਪ੍ਰਗਟ ਹੁੰਦਾ ਆ। ਚਰਚ ਆਉਣ ਦੇ ਦੁਆਰਾ ਪ੍ਰਗਟ ਨਹੀਂ ਹੁੰਦਾ ਵੀ ਤੁਸੀਂ ਮਸੀਹ ਬਣ ਗਏ, ਤੁਹਾਡੇ ਕੰਮਾਂ ਦੇ ਦੁਆਰਾ ਪ੍ਰਗਟ ਹੁੰਦਾ ਵੀ ਤੁਸੀਂ ਮਸੀਹ ਹੋ। ਇਸ ਕਰਕੇ ਸਾਨੂੰ ਚਾਹੀਦਾ ਆ ਜੋ ਪਰਮੇਸ਼ਵਰ ਦਾ ਵਚਨ ਕਹਿੰਦਾ ਉਹਦੇ ਅਨੁਸਾਰ ਜੀਵਨ ਬਤੀਤ ਕਰੀਏ। ਇਸ ਤੋਂ ਪਰਮੇਸ਼ਵਰ ਦੇ ਬਾਲਕ ਅਤੇ ਸ਼ੈਤਾਨ ਦੇ ਬਾਲਕ ਪ੍ਰਗਟ ਹੁੰਦੇ ਹਨ। ਪਰ ਕੋਈ ਜਿਹੜਾ ਧਰਮ ਨਹੀਂ ਕਰਦਾ ਪਰਮੇਸ਼ਵਰ ਤੋਂ ਨਹੀਂ, ਅਤੇ ਨਾ ਉਹ ਜਿਹੜਾ ਆਪਣੇ ਭਰਾ ਨਾਲ ਪ੍ਰੇਮ ਰੱਖਦਾ ਹੈ। ਕਿਉਂ? ਜੋ ਉਹ ਸਮਾਚਾਰ ਜਿਹੜਾ ਤੁਸੀਂ ਮੁੱਢੋਂ ਸੁਣਿਆ ਸੋ ਇਹ ਭਾਈ ਇੱਕ ਦੂਜੇ ਨਾਲ ਪ੍ਰੇਮ ਰੱਖੋ। ਪ੍ਰੇਮ ਕਿਹੜਾ ਆ? ਵਚਨ ਕਿਸ ਚੀਜ਼ ਨੂੰ ਕਹਿ ਰਿਹਾ? ਕਹਿੰਦਾ ਇੱਕ ਦੂਜੇ ਨਾਲ ਪ੍ਰੇਮ ਰੱਖੋ। ਭਾਈ ਭੈਣ ਕੌਣ ਹੁੰਦੇ ਆ? ਭਾਈ ਭੈਣ ਆਂਢ ਗੁਆਂਢ ਕੌਣ ਆ? ਭਾਈ ਭੈਣ ਕਿਹੜੇ ਹੁੰਦੇ? ਭਾਈ ਭੈਣ, ਮੈਂ ਸਗੇ ਭੈਣ ਭਾਈਆਂ ਦੀ ਗੱਲ ਨਹੀਂ ਕਰ ਰਿਹਾ, ਬਾਈਬਲ ਇਹ ਚੀਜ਼ਾਂ ਨੂੰ ਬਿਆਨ ਨਹੀਂ ਕਰਦੀ। ਭੈਣ ਭਾਈ ਉਹ ਹੁੰਦੇ ਜਿਹੜੇ ਵਚਨ 'ਚ ਚੱਲਦੇ ਆ, ਜਿਹੜੇ ਵਚਨ ਦੇ ਵਿੱਚ ਚੱਲਦੇ ਉਹ ਭੈਣ ਭਾਈ ਹੁੰਦੇ। ਗਵਾਂਢੀ ਕੌਣ ਹੁੰਦੇ ਆ? ਤੁਸੀਂ ਇੱਕ ਦੂਜੇ ਦੇ ਗਵਾਂਢੀ ਹੋ। ਗਵਾਂਢੀ ਹੁੰਦੇ ਆ ਜਿਹੜੇ ਵਚਨ ਵਿੱਚ ਚੱਲਦੇ, ਉਹ ਵੀ ਗਵਾਂਢੀ ਹੁੰਦੇ ਆ। ਠੀਕ ਹੈ ਨਾ? ਇੱਕ ਦੂਜੇ ਨਾਲ ਪ੍ਰੇਮ ਰੱਖੀਏ, ਤਿਵੇਂ ਨਹੀਂ ਜਿਵੇਂ ਕਾਇਨ ਨੇ ਦੁਸ਼ਟ ਤੋਂ ਸੀ। ਕਹਿੰਦਾ ਉਦਾਂ ਨਹੀਂ ਤੁਸੀਂ ਪ੍ਰੇਮ ਰੱਖਣਾ ਜਿੱਦਾਂ ਕਾਇਨ ਸੀਗਾ। ਕਹਿੰਦਾ ਕਾਇਨ ਕਿੱਥੋਂ ਸੀਗਾ? ਦੁਸ਼ਟ ਤੋਂ ਸੀਗਾ ਅਤੇ ਆਪਣੇ ਭਰਾ ਨੂੰ ਮਾਰ ਸੁੱਟਿਆ। ਹੁਣ ਦੇਖੋ ਬਾਈਬਲ ਸਾਫ਼ ਬਿਆਨ ਕਰਦੀ ਆ। ਅੱਜ ਲੋਕੀ ਪ੍ਰਚਾਰ ਕਰਦੇ ਵੀ ਕਾਇਨ ਵੀ ਪਰਮੇਸ਼ਵਰ ਦਾ ਪੁੱਤਰ ਸੀ, ਲੇਕਿਨ ਬਾਈਬਲ ਤਾਂ ਬਿਆਨ ਕਰ ਰਹੀ ਹੈ ਸ਼ੈਤਾਨ ਦਾ ਪੁੱਤਰ ਸੀਗਾ। ਇਹਦਾ ਮਤਲਬ ਕੀ ਆ? ਉਹ ਲੋਕਾਂ ਨੂੰ ਸਮਝ ਹੀ ਨਹੀਂ ਆ, ਤੁਹਾਨੂੰ ਗਲਤ ਪ੍ਰਚਾਰ ਕੀਤਾ ਜਾ ਰਿਹਾ ਆ। ਕਿਉਂਕਿ ਕਾਇਨ ਜੇ ਪਰਮੇਸ਼ਵਰ ਦਾ ਪੁੱਤਰ ਹੁੰਦਾ, ਉਹਦੇ ਵਿੱਚ ਪਰਮੇਸ਼ਵਰ ਦਾ ਵਚਨ ਹੁੰਦਾ, ਤੇ ਕੀ ਉਹਦੇ ਕੰਮ ਸਹੀ ਨਾ ਹੁੰਦੇ? ਫਿਰ ਉਹ ਕਤਲ ਕਿਉਂ ਕਰਦਾ? ਕਿਉਂ ਆਪਣੇ ਭਰਾ ਦਾ ਕਤਲ ਕਰਦਾ? ਲੇਕਿਨ ਬਾਈਬਲ ਬਿਆਨ ਕਰਦੀ ਆ ਕਾਇਨ ਉਸ ਦੁਸ਼ਟ ਤੋਂ ਸੀ ਅਤੇ ਆਪਣੇ ਭਰਾ ਨੂੰ ਮਾਰ ਸੁੱਟਿਆ। ਅਤੇ ਕਿਉਂ? ਜੋ ਉਹ ਨੂੰ ਮਾਰਿਆ ਇਸ ਲਈ ਜੋ ਉਸਦੇ ਕੰਮ ਬੁਰੇ ਅਤੇ ਉਸਦੇ ਭਰਾ ਦੇ ਕੰਮ ਭਲੇ ਸਨ। ਦੇਖੋ ਉਹਦੇ ਕੰਮ ਕੀ ਸੀ? ਕੈਨ ਦੇ ਕੰਮ ਬੁਰੇ ਸੀ। ਅੱਜ ਬਹੁਤ ਮਸੀਹ ਲੋਕ ਆ ਜਿਹੜੇ ਕੈਨ ਦਾ ਜੀਵਨ ਬਤੀਤ ਕਰ ਰਹੇ ਆ। ਕੈਨ ਨੇ ਵੀ ਬਲੀ ਚੜਾਈ ਸੀ, ਕੈਨ ਨੇ ਵੀ ਕੀ ਕੀਤਾ ਸੀ? ਭੇਡ ਚੜਾਈ ਸੀ ਜਾ ਕੇ, ਲੇਕਿਨ ਪਰਮੇਸ਼ਵਰ ਨੇ ਕੈਨ ਦੀ ਭੇਡ ਨੂੰ ਸਵੀਕਾਰ ਨਹੀਂ ਕੀਤਾ ਸੀਗਾ, ਹਾਬਲ ਦੀ ਭੇਡ ਨੂੰ ਸਵੀਕਾਰ ਕੀਤਾ ਸੀ। ਇਹਦਾ ਵੀ ਇੱਕ ਰੀਜ਼ਨ ਆ।
ਅੱਜ ਮਸੀਹ ਲੋਕ ਜਿਹੜੇ ਆਪਣੇ ਆਪ ਨੂੰ ਦਿਖਾਵਾ ਕਰਦੇ ਅਸੀਂ ਕ੍ਰਿਸਚੀਅਨ ਆ, ਪਰਮੇਸ਼ਵਰ ਕਿਉਂ ਨਹੀਂ ਉਹਨਾਂ ਨੂੰ ਸਹੀ ਕਰਦਾ, ਕਿਉਂ ਉਹਨਾਂ ਦੇ ਜੀਵਨ 'ਚ ਕੰਮ ਨਹੀਂ ਕਰਦਾ? ਕਿਉਂਕਿ ਉਹਨਾਂ ਦੇ ਜੀਵਨ ਕੈਨ ਵਰਗੇ ਆ। ਕਿਉਂਕਿ ਉਹ ਕੀ ਕਰਦੇ ਆ, ਪਰਮੇਸ਼ਵਰ ਦੇ ਵਚਨ ਤੇ ਚੱਲਣਾ ਨਹੀਂ ਚਾਹੁੰਦੇ। ਲੋਕ ਕੀ ਕਰਦੇ, ਲੋਕ ਸੋਚਦੇ ਆ ਮੈਨੂੰ ਪੈਸਾ ਮਿਲ ਜਾਵੇ, ਧਨ ਦੌਲਤ ਮਿਲ ਜਾਵੇ, ਚੰਗਿਆਈ ਮਿਲ ਜਾਵੇ, ਹੋਰ ਕੀ ਚਾਹੀਦਾ। ਪ੍ਰਭੂ ਯੀਸ਼ੂ ਮਸੀਹ ਇਹ ਚੀਜ਼ਾਂ ਦੇਣ ਨਹੀਂ ਆਇਆ। ਪ੍ਰਭੂ ਯੀਸ਼ੂ ਮਸੀਹ ਜੀਵਨ ਦੇਣ ਆਇਆ। ਉਹ ਕਹਿੰਦਾ ਇਹ ਚੀਜ਼ਾਂ ਤੁਹਾਡੇ ਪੈਰਾਂ 'ਚ ਸਿੱਟ ਦੂੰਗਾ, ਲੇਕਿਨ ਕਦੋਂ? ਜਦੋਂ ਤੁਸੀਂ ਮੇਰੇ ਰਾਜ ਦੇ ਵਿੱਚ ਚੱਲੋਗੇ, ਤੁਸੀਂ ਮੇਰੇ ਵਚਨਾਂ ਤੇ ਚੱਲੋਗੇ। ਲੇਕਿਨ ਅੱਜ ਲੋਕ ਕੀ ਕਰਦੇ, ਆਪਣੇ ਆਪ ਨੂੰ ਧੋਖਾ ਦਿੰਦੇ ਆ। ਜਿਹੜਾ ਮਨੁੱਖ ਆਪਣੇ ਆਪ ਨੂੰ ਧੋਖਾ ਦਿੰਦਾ ਉਸ ਤੋਂ ਬੇਵਕੂਫ ਬੰਦਾ ਕੋਈ ਨਹੀਂ ਹੈ। ਇਹ ਤਾਂ ਉਹ ਕੰਮ ਹੋ ਗਿਆ, ਆਪਣੇ ਪੈਰ ਤੇ ਆਪ ਘਲਾੜੀ ਮਾਰਨ ਵਾਲੀ ਗੱਲ ਹੋ ਗਈ। ਕਦੇ ਵੀ ਇਸ ਤਰ੍ਹਾਂ ਨਾ ਕਰੋ। ਜੋ ਪਰਮੇਸ਼ਵਰ ਦਾ ਵਚਨ ਕਹਿੰਦਾ ਉਸੇ ਤਰ੍ਹਾਂ ਚੱਲੋ। ਕੀ ਪਰਮੇਸ਼ਵਰ ਜੇ ਸਾਡੇ ਬੱਚੇ ਆ, ਸਾਨੂੰ ਪਤਾ ਇਸ ਨੂੰ ਅਸੀਂ ਵਧੀਆ ਰੋਟੀ ਦੇਣੀ ਆ, ਠੀਕ ਹੈ ਨਾ, ਤੇ ਕੀ ਪਰਮੇਸ਼ਵਰ ਫਿਕਰ ਨਹੀਂ ਕਰਦਾ ਸਾਡੀ? ਪਰਮੇਸ਼ਵਰ ਵੀ ਫਿਕਰ ਕਰਦਾ ਆ। ਪਰਮੇਸ਼ਵਰ ਨੂੰ ਵੀ ਚਿੰਤਾ ਆ ਵੀ ਮੇਰੇ ਬੱਚਿਆਂ ਨੂੰ ਕਿਸੇ ਥੋੜ ਨਾ, ਮੇਰੇ ਬੱਚੇ ਮਸੀਹ ਬੱਚੇ ਆ, ਇਹਨਾਂ ਦੀ ਕੋਈ ਇਨਸਲਟ ਨਾ ਕਰੇ। ਇਹਨਾਂ ਨੂੰ ਇਹ ਨਾ ਕਵੇ ਵੀ ਤੁਸੀਂ ਮੰਨਦੇ ਪ੍ਰਭੂ ਨੂੰ ਆ ਤਾਂ ਤੁਸੀਂ ਲੋਕਾਂ ਅੱਗੇ ਹੱਥ ਅੜਦੇ ਹੋ। ਇਸ ਤਰ੍ਹਾਂ ਨਹੀਂ, ਪ੍ਰਭੂ ਨੂੰ ਸਭ ਪਤਾ, ਲੇਕਿਨ ਪਰਮੇਸ਼ਵਰ ਚਾਹੁੰਦਾ ਆ ਅਸੀਂ ਉਹਦੀ ਅਲਾਈਨਮੈਂਟ ਦੇ ਵਿੱਚ ਆਈਏ। ਪ੍ਰਭੂ ਚਾਹੁੰਦਾ ਆ ਅਸੀਂ ਉਸੇ ਲਾਈਨ ਦੇ ਵਿੱਚ ਚੱਲੀਏ। ਜਦੋਂ ਅਸੀਂ ਲਾਈਨ ਤੋਂ ਬਾਹਰ ਜਾਂਦੇ ਆ, ਉਸ ਪਟਰੀ ਤੋਂ ਬਾਹਰ ਹੁੰਦੇ ਆ, ਤੇ ਸਾਡੀ ਟ੍ਰੇਨ ਜਿਹੜੀ ਚੱਲ ਨਹੀਂ ਸਕਦੀ। ਇਸ ਕਰਕੇ ਖੁਦਾ ਚਾਹੁੰਦਾ ਜੋ ਵਚਨ ਕਹਿੰਦਾ ਉਸੇ ਤਰ੍ਹਾਂ ਕਰੋ, ਬਾਕੀ ਕੰਮ ਖੁਦਾ ਤੇ ਛੱਡ ਦਿਓ। ਜੇ ਮਨੁੱਖਾਂ ਨੇ ਕੰਮ ਕਰਨੇ ਆ, ਜੇ ਪਾਸਟਰਾਂ ਨੇ ਕੰਮ ਕਰਨੇ, ਤੇ ਫਿਰ ਖੁਦਾ ਤਾਂ ਕੁਝ ਵੀ ਨਹੀਂ ਕਰੂਗਾ। ਫਿਰ ਤਾਂ ਪਾਸਟਰ ਹੀ ਬਾਬੇ ਬਣ ਜਾਣਗੇ ਸਾਰੇ। ਇਸ ਤਰ੍ਹਾਂ ਨਹੀਂ ਆ। ਬਾਈਬਲ ਬਿਆਨ ਕਰਦੀ ਆ ਸਿਰਫ ਮੇਰੇ ਵਚਨ ਦੀ ਭਾਲ ਕਰ, ਮੇਰੇ ਵਚਨਾਂ ਤੇ ਚੱਲ, ਸਾਰਾ ਕੁਝ ਕਹਿੰਦਾ ਮੈਂ ਆਪਣੇ ਆਪ ਕਰੂੰਗਾ। ਕਹਿੰਦਾ ਮੇਰਾ ਕੰਮ ਆ। ਯਕੂਬ ਦੀ ਪੱਤਰੀ ਕੱਢਾਂਗੇ, ਯਕੂਬ 3:1। ਯਕੂਬ 3:1। ਹੁਣ ਦੇਖੋ ਯਕੂਬ 3:1 ਸਾਨੂੰ ਕੀ ਬਿਆਨ ਕਰਦੀ ਆ। ਕਹਿੰਦਾ ਜੀਭ ਵੀ ਇੱਕ ਅੱਗ ਆ। ਹੁਣ ਦੇਖੋ ਜਿੱਦਾਂ ਮੈਂ ਤੁਹਾਨੂੰ ਦੱਸਿਆ ਵੀ ਕਾਮਨਾ, ਇਹ ਕਾਮਨਾ ਕਿੱਥੋਂ ਆਉਂਦੀ ਆ, ਹਨਾ? ਕਾਮਨਾ ਆਪਣੇ ਅੰਦਰੋਂ ਨਿਕਲਦੀ ਹੈ, ਗੰਦਗੀ ਆਪਣੇ ਅੰਦਰੋਂ ਨਿਕਲਦੀ। ਫਿਰ ਜੀਭ, ਜੇ ਮੰਨ ਲਓ ਆਪਣੇ ਅੰਦਰ ਕਿਸੇ ਦੇ ਪ੍ਰਤੀ ਕ੍ਰੋਧ ਆ, ਤੇ ਸਾਡੇ ਮੂੰਹ ਚੋਂ ਕੀ ਨਿਕਲਦੀ? ਗਾਲ ਨਿਕਲਦੀ। ਤੇ ਗਾਲ ਕਿਹਦੇ ਦੁਆਰਾ ਕੱਢਦੀ ਸੀ? ਜੀਭ ਦੇ ਦੁਆਰਾ। ਤੇ ਇਹ ਜੀਭ ਦੇਖੋ ਕੀ ਕਰਦੀ ਆ, ਇਹ ਜੀਭ ਬੰਦੇ ਨੂੰ ਨਰਕ ਵਿੱਚ ਲੈ ਜਾਂਦੀ ਆ। ਮੈਂ ਤੁਹਾਨੂੰ ਵਚਨ ਚੋਂ ਪੜ੍ਹ ਕੇ ਸੁਣਾਉਂਗਾ। ਜੀਭ ਵੀ ਇੱਕ ਅੱਗ ਹੈ। ਸਾਰਿਆਂ ਸਾਡੀਆਂ ਅੰਗਾਂ ਵਿੱਚ ਕੁਧਰਮ ਦੀ ਦੁਨੀਆ ਜੀਭ ਹੈ। ਸਾਰੀ ਜਿਹੜੀ ਸਾਰੀ ਦੇਹੀ ਨੂੰ ਦਾਗ ਲਾਉਂਦੀ ਹੈ ਤੇ ਭਵਚੱਕਰ ਨੂੰ ਵੀ ਲਾ ਦਿੰਦੀ ਹੈ, ਅਤੇ ਆਪ ਨਰਕ ਦੀ ਅੱਗ ਤੋਂ ਵੱਢ ਉੱਠਦੀ ਹੈ। ਕਿਉਂਕਿ ਜੰਗਲੀ ਜਾਨਵਰਾਂ ਅਤੇ ਪੰਛੀਆਂ ਅਤੇ ਘਿਸਰਨ ਵਾਲੇ ਅਤੇ ਜਲ ਜੰਤੂਆਂ ਦੀ ਹਰੇਕ ਜਾਤ ਮਨੁੱਖ ਦੇ ਵਸ ਵਿੱਚ ਕੀਤੀ ਜਾਂਦੀ ਹੈ, ਸਗੋਂ ਕੀਤੀ ਵੀ ਗਈ ਹੈ, ਪਰ ਜੀਭ ਨੂੰ ਕੋਈ ਵਸ ਨਹੀਂ ਕਰ ਸਕਿਆ। ਦੇਖੋ ਪਰਮੇਸ਼ਵਰ ਦਾ ਵਚਨ ਕੀ ਕਹਿ ਰਿਹਾ, ਜਿਹੜੀ ਜੀਭ ਆ ਇੱਕ ਅੱਗ ਆ। ਇਹ ਜੀਭ ਕੀ ਕਰਦੀ ਆ? ਇਹ ਜੀਭ ਹੀ ਸਾਨੂੰ ਇੱਜ਼ਤ ਦਿਵਾਉਂਦੀ ਹੈ। ਇਹ ਜੀਭ ਹੀ ਸਾਨੂੰ ਲੋਕਾਂ ਦੇ ਅੱਗੇ ਤੁੱਛ ਜਣਾ ਦਿੰਦੀ ਹੈ। ਕਿਉਂਕਿ ਇਹ ਜੀਭ ਦੇ ਦੁਆਰਾ, ਜੇ ਆਪਣੀ ਬੋਲੀ ਵਧੀਆ ਹੋਵੇ ਨਾ, ਤੇ ਕੋਈ ਬੰਦਾ ਕਹੂਗਾ ਬਹੁਤ ਵਧੀਆ ਬੋਲਾ। ਜੇ ਇਹ ਬੋਲੀ, ਜੇ ਇਸ ਜੀਭ ਚੋਂ ਗਾਲਾਂ ਨਿਕਲਦੀਆਂ, ਹੁਣ ਕੁਫਰ ਨਿਕਲਦਾ ਹੋਵੇ, ਲੋਕਾਂ ਨੇ ਕਹਿਣਾ ਗੰਦਗੀ ਵਾਲਾ ਬੰਦਾ ਆ, ਇਹਨੂੰ ਮੂੰਹ ਨਾ ਲਗਾਓ। ਇਹ ਜੀਭ ਕੀ ਆ? ਜੀਭ ਹੀ ਸਾਨੂੰ, ਇਹ ਜੀਭ ਹੀ ਤਾਂ ਇਨਕਾਰ ਕਰਦੀ ਹੈ ਵੀ ਪਰਮੇਸ਼ਵਰ ਦੇ ਵਚਨ ਨੂੰ ਨਹੀਂ ਮੰਨਣਾ। ਕੀ ਕਰਨਾ? ਸੰਸਾਰ ਦੇ ਕੰਮ ਕਰ, ਇਹ ਜੀਭ ਕਹਿੰਦੀ ਆ। ਇਹ ਜੀਭ ਦੇ ਵਿੱਚ ਕੀ ਆ? ਜੀਭ 'ਚ ਹੱਡੀ ਨਹੀਂ ਹੁੰਦੀ। ਜੀਭ 'ਚ ਹੱਡੀ ਨਹੀਂ ਹੁੰਦੀ। ਜੀਭ ਸਾਨੂੰ ਨਰਕ ਵਿੱਚ, ਜੀਭ ਸਾਨੂੰ ਸਵਰਗ ਵਿੱਚ ਲੈ ਕੇ ਜਾਂਦੀ ਹੈ। ਅੱਗੇ ਬਾਈਬਲ ਵਿੱਚ ਲਿਖਿਆ ਆ, ਵਚਨ ਵਿੱਚ ਲਿਖਿਆ, ਕਿਉਂਕਿ ਜੰਗਲੀ ਜਾਨਵਰਾਂ ਅਤੇ ਪੰਛੀਆਂ, ਕਹਿੰਦਾ ਜਿਹੜੇ ਜੰਗਲੀ ਜਾਨਵਰ ਤੇ ਪੰਛੀ ਹੁੰਦੇ ਆ, ਕਹਿੰਦੇ ਕਿ ਲੋਕਾਂ ਦੇ ਵਾਸਤੇ ਨਹੀਂ ਕੀਤੇ ਗਏ। ਕਹਿੰਦੇ ਲੋਕਾਂ ਦੇ ਵਾਸਤੇ ਕੀਤੇ ਆ। ਜੇ ਲੋਕੀ ਸ਼ੇਰ ਨੂੰ ਵੀ ਪਿੰਜਰੇ ਵਿੱਚ ਪਾ ਕੇ ਵਾਸਤੇ ਕਰ ਲੈਂਦੇ ਆ, ਹਰ ਚੀਜ਼ ਨੂੰ ਵਾਸਤੇ ਕਰ ਲੈਂਦੇ, ਲੇਕਿਨ ਜਿਹੜੀ ਜੀਭ ਹੁੰਦੀ ਹੈ, ਜੀਭ ਨੂੰ ਕੋਈ ਵਾਸਤੇ ਨਹੀਂ ਕਰ ਸਕਦਾ। ਕੋਈ ਇਹੋ ਜਿਹਾ ਕਾਨੂੰਨ ਬਣਿਆ ਦੁਨੀਆ ਵਿੱਚ ਜਿਹੜਾ ਜੀਭ ਨੂੰ ਵਾਸਤੇ ਕਰਦਾ ਹੋਵੇ? ਵੱਡੇ ਵੱਡੇ ਮੁਜਰਿਮ, ਵੱਡੇ ਵੱਡੇ ਜਿਹੜੇ ਕ੍ਰਿਮੀਨਲ ਆ, ਉਹਨਾਂ ਨੂੰ ਵਾਸਤੇ ਕੀਤਾ ਜਾਂਦਾ ਹੈ, ਲੇਕਿਨ ਜੀਭ ਨੂੰ ਵਾਸਤੇ ਨਹੀਂ ਕੀਤਾ ਗਿਆ। ਕਿਉਂਕਿ ਜੀਭ ਕੀ ਆ? ਜੀਭ ਸਭ ਤੋਂ ਗੰਦੀ ਚੀਜ਼ ਆ। ਇਹ ਜੀਭ ਹੀ ਸਾਨੂੰ ਮੌਤ ਤੇ ਜੀਭ ਹੀ ਸਾਨੂੰ ਜੀਵਨ ਦਿੰਦੀ ਆ। ਇਹ ਜੀਭ ਦੇ ਦੁਆਰਾ ਅਸੀਂ ਪ੍ਰਭੂ ਨੂੰ ਤੁੱਛ ਜਾਣਦੇ ਹਾਂ, ਜੀਭ ਦੇ ਦੁਆਰਾ ਅਸੀਂ ਉਹਦੀ ਮਹਿਮਾ ਕਰਦੇ ਹਾਂ। ਲੇਕਿਨ ਕਿਉਂਕਿ ਜਿਹੜਾ ਬੰਦਾ ਖੁਦਾ ਤੋਂ ਜੰਮਿਆ, ਉਹ ਹਮੇਸ਼ਾ ਵਡਿਆਈ ਕਰੂਗਾ ਖੁਦਾ ਦੀ ਜੀਭ ਦੇ ਦੁਆਰਾ। ਜੀਭ ਦਾ ਵਧੀਆ ਇਸਤੇਮਾਲ ਕਰੂਗਾ, ਲੇਕਿਨ ਲੋਕੀ ਕੀ ਕਰਦੇ? ਇਸ ਜੀਭ ਦਾ ਗਲਤ ਇਸਤੇਮਾਲ ਕਰਦੇ ਆ। ਪਰ ਜੀਭ ਨੂੰ ਕੋਈ ਮਨੁੱਖ ਵਸ ਵਿੱਚ ਨਹੀਂ ਕਰ ਸਕਦਾ। ਉਹ ਇੱਕ ਚੰਚਲ ਬਲਾ ਹੈ। ਦੇਖੋ ਜੀਭ ਕੀ ਹੈ? ਚੰਚਲ ਬਲਾ ਹੈ ਇੱਕ। ਇਹ ਕੀ ਹੈ? ਜੀਭ ਬਲਾ ਆ। ਜੀਭ ਨੂੰ ਕੰਟਰੋਲ ਕੌਣ ਕਰ ਸਕਦਾ? ਜੀਭ ਨੂੰ ਪਵਿੱਤਰ ਆਤਮਾ ਕੰਟਰੋਲ ਕਰ ਸਕਦਾ ਹੈ। ਜਦੋਂ ਮੈਂ ਤੁਹਾਨੂੰ ਦੱਸ ਰਿਹਾ ਵੀ ਜਦੋਂ ਪੈਂਤੇਕੋਸਤ ਦੇ ਦਿਨ ਪਵਿੱਤਰ ਆਤਮਾ ਉਤਰਿਆ 120 ਦੀ ਜਮਾਤ ਤੇ, ਉੱਥੇ ਕੀ ਉਤਰੀਆਂ ਸੀ? ਜੀਭਾਂ ਉਤਰੀਆਂ ਸੀਗੀਆਂ। ਜਿਹਦੇ ਕੋਲ ਪਵਿੱਤਰ ਆਤਮਾ, ਉਹ ਕੋ ਜੀਭ ਕਿਹੜੀ ਉਤਰਦੀ? ਜੀਭ ਪਵਿੱਤਰ ਆਤਮਾ ਕਿਹਦੇ ਰੂਪ 'ਚ ਉਤਰਿਆ? ਜੀਭਾਂ ਦੇ ਰੂਪ 'ਚ। ਲੇਕਿਨ ਜਦੋਂ ਯੀਸ਼ੂ ਮਸੀਹ ਤੇ ਉਤਰਿਆ ਸੀ ਤੇ ਕਾਹਦੇ ਰੂਪ 'ਚ ਉਤਰਿਆ ਸੀਗਾ? ਕਬੂਤਰ ਦੇ ਰੂਪ ਦੇ ਵਿੱਚ। ਲੇਕਿਨ ਜਦੋਂ ਆਪਣੇ ਚੇਲਿਆਂ ਦੇ ਉੱਪਰ ਉਤਰਿਆ ਤੇ ਜਿਹੜਾ ਪਵਿੱਤਰ ਆਤਮਾ ਉਤਰਿਆ ਸੀ, ਜੀਭਾਂ ਬਣ ਕੇ ਅੱਗ ਆਈ। ਜੀਭਾਂ ਦੀ ਤਰ੍ਹਾਂ ਅੱਗ ਆਈ ਸੀ। ਤੇ ਕੀ ਸਾਡੇ ਕੋਲ ਅੱਗ ਨਹੀਂ ਆ ਜਿਹੜੀ ਸਾਡੀ ਜੀਭ ਬਣੀ ਹੋਈ ਅੱਜ? ਜੇ ਅੱਜ ਸਾਡੀ ਜਿਹੜੀ ਪਵਿੱਤਰ ਆਤਮਾ ਇੱਕ ਅੱਗ ਆ, ਉਹ ਸਾਡੀ ਜੀਭ ਬਣੀ ਆ, ਤਾਂ ਹੀ ਅਸੀਂ ਉਹਦੇ ਵਚਨ 'ਚ ਖੜੇ ਆ ਅੱਜ, ਤਾਂ ਹੀ ਅਸੀਂ ਉਹਦੀ ਮਹਿਮਾ ਕਰੇ। ਨਹੀਂ ਤਾਂ ਅਸੀਂ ਵੀ ਗਲਤ ਕੰਮ ਕਰਦੇ, ਇਸ ਜੀਭ ਤੋਂ ਕੀ ਕਰਦੇ? ਕੁਫਰ ਬਕਦੇ। ਲੇਕਿਨ ਕੀ ਹੋਇਆ? ਪਵਿੱਤਰ ਆਤਮਾ ਜੀਭ ਦੇ ਰੂਪ 'ਚ ਆਪਣੇ ਲੋਕਾਂ ਤੇ ਉਤਰਿਆ ਹੈ।
ਕਹਿੰਦਾ ਉਹ ਚੰਚਲ ਬਲਾ ਉਸੇ ਨਾਲ ਅਸੀਂ ਪ੍ਰਭੂ ਨੂੰ ਅਤੇ ਪਿਤਾ ਨੂੰ ਮੁਬਾਰਕ ਆਖਦੇ ਹਾਂ ਅਤੇ ਉਸੇ ਨਾਲ ਮਨੁੱਖਾਂ ਨੂੰ ਜਿਹੜੇ ਪਰਮੇਸ਼ਵਰ ਦੇ ਸਰੂਪ ਉੱਤੇ ਬਣਾਏ ਗਏ ਹਨ ਫਿਟਕਾਰ ਦਿੰਦੇ ਹਾਂ। ਦੇਖੋ ਬਾਈਬਲ ਸਾਫ਼ ਕਲੀਅਰ ਕਰ ਰਹੀ ਆ, ਕਹਿੰਦੇ ਇਸੇ ਜੀਵ ਦੇ ਨਾਲ ਅਸੀਂ ਪ੍ਰਭੂ ਯਿਸੂ ਮਸੀਹ ਨੂੰ ਆਪਣੇ ਖੁਦਾ ਨੂੰ ਮੁਬਾਰਕ ਆਖਦੇ ਹਾਂ। ਇਸੇ ਜੀਵ ਦੇ ਨਾਲ ਅਸੀਂ ਕੀ ਕਰਦੇ ਹਾਂ, ਲੋਕਾਂ ਨੂੰ ਤੁੱਛ ਜਾਣਦੇ ਹਾਂ, ਲੋਕਾਂ ਨੂੰ ਤੁੱਛ ਬੋਲਦੇ ਹਾਂ। ਮਸੀਹ ਬੰਦਾ ਕਦੇ ਵੀ ਕਿਸ ਨੂੰ ਤੁੱਛ ਨਹੀਂ ਬੋਲ ਸਕਦਾ। ਉਹ ਹਮੇਸ਼ਾ ਕੀ ਕਰੂਗਾ, ਪ੍ਰਭੂ ਤੈਨੂੰ ਬਰਕਤ ਦੇਵੇ। ਠੀਕ ਹੈ ਨਾ, ਇਹ ਕੀ ਆ, ਜੀਵ ਦੇ ਕਾਰੇ ਆ। ਇੱਕੋ ਮੂੰਹ ਵਿੱਚੋਂ ਬਰਕਤ ਅਤੇ ਫਿਟਕਾਰ ਨਿਕਲਦੀ ਹੈ। ਇਹ ਮੇਰੇ ਭਰਾਵੋ, ਇਹ ਗੱਲਾਂ ਇਉਂ ਨਹੀਂ ਹੋਣੀਆਂ ਚਾਹੀਦੀਆਂ। ਕਹਿੰਦਾ ਇੱਕੋ ਜ਼ੁਬਾਨ ਦੇ ਵਿੱਚ ਤੁਸੀਂ ਕਹਿੰਦੇ ਹੋ ਜੀ ਮੈਂ ਮਸੀਹ ਹਾਂ, ਤੁਸੀਂ ਇਹਦੇ ਨਾਲ ਗਾਣਾ ਵੀ ਕੱਢ ਰਹੇ ਹੋ, ਫਿਲਮਾਂ ਦੇ ਗਾਣੇ ਵੀ ਸੁਣ ਰਹੇ ਹੋ, ਗਲਤ ਕੰਮ ਵੀ ਕਰ ਰਹੇ ਹੋ, ਤੇ ਇਸੇ ਮੂੰਹ ਨਾਲ ਤੁਸੀਂ ਫਿਰ ਕੀ ਕਰ ਰਹੇ ਆ, ਪ੍ਰਾਰਥਨਾ ਕਰ ਰਹੇ ਹੋ ਜੀਵ ਦੇ ਨਾਲ ਹੀ। ਇਹ ਕੀ ਆ, ਇਹਦਾ ਮਤਲਬ ਗੜਬੜ ਆ। ਜੇ ਤੁਸੀਂ ਮਸੀਹ ਹੋ ਫਿਰ ਤੁਸੀਂ ਇੱਕ ਹੀ ਕੰਮ ਕਰੋਗੇ, ਜਾਂ ਤਾਂ ਤੁਸੀਂ ਸ਼ੈਤਾਨ ਦਾ ਕੰਮ ਕਰੋਗੇ, ਕਿਉਂਕਿ ਇਹ ਕੀ ਆ, ਬਚਨ ਤੋਂ ਬਾਹਰ ਕੰਮ ਕਰਨਾ। ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ, ਸ਼ੈਤਾਨ ਦੇ ਕੰਮ ਆ। ਸ਼ੈਤਾਨ ਕੀ ਕਰਾਂਦਾ, ਅੱਜ ਲੋਕੀ ਹਾਲੀਵੁੱਡ ਬਾਲੀਵੁੱਡ ਦੇ ਪਿੱਛੇ ਪਏ ਹੋਏ ਆ। ਇਹ ਕੀ ਹੈ, ਸ਼ੈਤਾਨੀ ਕੰਮ ਆ। ਉਹ ਕੀ ਕਰਦੇ ਨੇ, ਲੱਖਾਂ ਕਰੋੜਾਂ ਰੁਪਏ ਲੈ ਕੇ ਫਿਲਮਾਂ ਬਣਾਉਂਦੇ, ਨਾਟਕ ਬਣਾਉਂਦੇ, ਲੇਕਿਨ ਕਿਹੜੇ ਮਸੇ ਥੱਲੇ, ਸ਼ੈਤਾਨ ਦੇ ਮਸੇ ਥੱਲੇ। ਲੇਕਿਨ ਕੀ ਅਸੀਂ ਕੀ ਕਰਦੇ ਆ, ਅੱਜ ਲੋਕ ਕੀ ਕਰਦੇ ਆ, ਮੁੰਡੇ ਕੁੜੀਆਂ ਕੀ ਕਰਦੇ, ਜਵਾਨ ਆਦਰਸ਼ ਬਣਾਉਂਦੇ ਆ। ਕੀ ਕਹਿੰਦੇ, ਆਈਡਲ, ਮੇਰਾ ਆਈਡਲ ਅਜੇ ਦੇਵਗਨ ਦਾ, ਸ਼ਾਹਰੁਖ ਖਾਨ ਆ। ਉਹ ਕੀ ਆ, ਉਹ ਸ਼ੈਤਾਨ ਦੇ ਲੋਕ ਨੇ। ਉਹ ਤਾਂ ਆਪਣਾ ਬਿਜ਼ਨਸ ਕਰ ਰਹੇ, ਤੁਸੀਂ ਆਪਣੇ ਜੀਵਨ ਨੂੰ ਕਿਉਂ ਬਰਬਾਦ ਕਰ ਰਹੇ ਹੋ? ਤੁਹਾਨੂੰ ਚਾਹੀਦਾ ਤੁਸੀਂ ਆਪਣਾ ਆਈਡਲ, ਆਪਣਾ ਆਦਰਸ਼ ਕਿਹਨੂੰ ਬਣਾਉਣਾ ਆ, ਪਰਮੇਸ਼ਵਰ ਦੇ ਬਚਨ ਨੂੰ ਬਣਾਓ, ਉਹਦੇ ਲੋਕਾਂ ਨੂੰ ਬਣਾਓ। ਵੀ ਇਹ ਸੇਵਕ ਬਹੁਤ ਵਧੀਆ ਆ, ਇਹ ਸੇਵਕ ਦਾ ਕਰੈਕਟਰ ਬਹੁਤ ਵਧੀਆ, ਮੈਨੂੰ ਇਹ ਬਹੁਤ ਪਸੰਦ ਆਇਆ, ਉਹ ਬਹੁਤ ਪਸੰਦ ਆ। ਖੁਦਾ ਦੇ ਸਾਰੇ ਸੇਵਕ ਵਧੀਆ ਹੁੰਦੇ, ਕੋਈ ਘਟੀਆ ਨਹੀਂ ਹੁੰਦਾ ਜਿਹੜਾ ਆਤਮਾ ਸੱਚਾਈ ਨਾਲ ਚੱਲਦਾ। ਲੇਕਿਨ ਅੱਜ ਲੋਕ ਕੀ ਕਰਦੇ ਆ, ਫਿਲਮਾਂ ਦੇ ਜਿਹੜੇ ਸਟਾਰ ਨੇ ਉਹਨਾਂ ਨੂੰ ਕਹਿੰਦੇ ਉਹ ਸਟਾਰ ਨਹੀਂ ਆ, ਉਹ ਅੰਧਕੋੜ ਦੇ ਤਾਰੇ ਆ। ਬਾਈਬਲ ਬਿਆਨ ਕਰਦੀ ਹੈ ਸ਼ੈਤਾਨ ਦੇ ਪੁੱਤਰ ਨੇ। ਲੇਕਿਨ ਬਾਈਬਲ ਦਾ ਸਟਾਰ ਕੌਣ ਸੀਗਾ, ਸਾਡਾ ਭਾਈ ਵਿਲੀਅਮ ਮੈਰੀਅਨ ਬ੍ਰੈਨਮ, ਜਿਹੜਾ 7ਵਾਂ ਦੂਤ, ਜਿਹਨੇ ਉਤਪਤ ਤੋਂ ਲੈ ਕੇ ਪ੍ਰਕਾਸ਼ ਦੀ ਪੋਥੀ ਸਾਰੀ ਖੋਲਦੀ, ਜਿਹਨੇ ਸਾਰੇ ਭੇਦਾਂ ਨੂੰ ਖੋਲਤਾ, ਜਿੰਨੇ ਭੇਦ ਸੀਗੇ ਸਾਰੇ ਖੋਲ ਦਿੱਤੇ ਵੀ ਯਿਸੂ ਮਸੀਹ ਹੈ ਕੌਣ। ਅੱਜ ਲੋਕਾਂ ਨੂੰ ਸਮਝ ਨਹੀਂ ਆ, ਲੋਕੀ ਕੀ ਕਰ ਰਹੇ ਆ, ਮਸੀਹ ਭੈਣ ਭਾਈ ਕੀ ਕਰ ਰਹੇ ਆ, ਗਲਤ ਜੀਵਨ ਬਤੀਤ ਕਰ ਰਹੇ ਆ। ਇੱਥੇ ਤੱਕ ਕਿ ਜਦੋਂ ਕਿਸੇ ਦੇ ਘਰੇ ਜਾਂਦੇ ਆ, ਕਿਸੇ ਵਿਆਹ ਸ਼ਾਦੀ, ਉਹ ਨੱਚਣਾ ਸ਼ੁਰੂ ਕਰ ਦਿੰਦੇ ਆ। ਫਿਰ ਲੋਕਾਂ ਨੂੰ ਦਰਸਾਉਂਦੇ ਸੀ ਅਸੀਂ ਬੜੇ ਆਤਮਿਕ ਆ। ਜੇ ਤੁਹਾਡੇ ਅੰਦਰ ਆਤਮਾ ਆ ਤਾਂ ਤੁਹਾਨੂੰ ਆਤਮਾ ਫਿਲਮਾਂ ਦੇ ਗਾਣੇ ਤੇ ਕਿਉਂ ਨਚਾ ਰਿਹਾ? ਇਹ ਕਿਹੜਾ ਆਤਮਾ ਆ? ਤੁਸੀਂ ਕੀ ਕਰਦੇ ਹੋ, ਲੋਕੇ ਸ਼ਰਾਬ ਵੀ ਪੀ ਲੈਂਦੇ ਆ, ਇਹ ਕਿਹੜਾ ਆਤਮਾ ਆ? ਜਰਦਾ ਵੀ ਲਗਾ ਲੈਂਦੇ, ਗਲਤ ਕੰਮ ਵੀ ਕਰਦੇ, ਇਹ ਕਿਹੜਾ ਆਤਮਾ? ਇਹ ਕੋਈ ਆਤਮਾ ਨਹੀਂ ਆ, ਤੁਹਾਡੇ ਕੋਲ ਪਵਿੱਤਰ ਆਤਮਾ ਨਹੀਂ ਹੈ, ਇਹ ਤੁਹਾਡੇ ਕੋਲ ਸ਼ੈਤਾਨ ਦਾ ਆਤਮਾ ਆ। ਜੇ ਤੁਹਾਡੇ ਕੋਲ ਪਵਿੱਤਰ ਆਤਮਾ ਹੋਊਗਾ, ਤੁਸੀਂ ਜਿੱਥੇ ਜਾਓਗੇ ਅੱਗ ਲਗਾ ਦੋਗੇ। ਅੱਗ ਦਾ ਮਤਲਬ ਹੁੰਦਾ ਜਿੱਥੇ ਜਾਓਗੇ ਖੁਦਾ ਦਾ ਵਚਨ ਹਾਜ਼ਰ ਕਰੋਗੇ। ਮੇਰੇ ਕੋਲ ਤਾਂ ਆਇਆ, ਮੇਰੇ ਨਾਲ ਸੰਸਾਰ ਦੀ ਗੱਲਾਂ ਮੇਰੇ ਕੋਲ ਨਹੀਂ ਆ, ਮੇਰੇ ਕੋਲ ਕੀ ਆ, ਪਰਮੇਸ਼ਵਰ ਦਾ ਵਚਨ ਆ, ਮੇਰੇ ਕੋਲ ਅੱਗ ਆ। ਤੇ ਅੱਗ ਦੇ ਕੋਲ ਕਦੇ ਵੀ ਸ਼ੈਤਾਨ ਠਹਿਰ ਨਹੀਂ ਸਕਦਾ। ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ, ਜਿਹਦੇ ਕੋਲ ਪਰਮੇਸ਼ਵਰ ਦੀ ਅੱਗ ਆ ਉਹਦੇ ਕੋਲ ਸ਼ੈਤਾਨ ਠਹਿਰ ਨਹੀਂ ਸਕਦਾ। ਮੈਂ ਰਾਤ ਨੂੰ ਕਿਸੇ ਵਾਸਤੇ ਪ੍ਰਾਰਥਨਾ ਕਰ ਰਿਹਾ ਸੀਗਾ, ਤੇ ਉਦੋਂ ਕੀ ਹੋਇਆ, ਰਾਤ ਨੂੰ ਸੁਪਨੇ ਵਿੱਚ ਸ਼ੈਤਾਨ ਆ ਕੇ ਕੀ ਕਹਿੰਦਾ ਪਿੱਛੇ ਹਟ ਜਾ ਸੇਵਕਾਈ ਤੋਂ, ਤੂੰ ਉਸ ਬੰਦੇ ਵਾਸਤੇ ਪ੍ਰਾਰਥਨਾ ਨਾ ਕਰ। ਮੈਂ ਕੀ ਕੀਤਾ, ਮੈਂ ਕਿਹਾ ਸ਼ੈਤਾਨ ਤੂੰ ਚਲੇ ਜਾ, ਤੈਨੂੰ ਪਤਾ ਮੇਰੇ ਕੋਲ ਆਗਾ। ਤੇ ਸ਼ੈਤਾਨ ਉਸੇ ਟਾਈਮ ਚੱਲ। ਕਈ ਵਾਰ ਕੀ ਹੁੰਦਾ ਆ, ਉਹ ਕੀ ਕਰਦਾ ਆ, ਸੇਵਕਾਈ ਤੋਂ ਸੇਵਕਾਂ ਨੂੰ ਹਟਾਉਣ ਦੀ ਕੋਸ਼ਿਸ਼ ਵੀ ਕਰਦਾ, ਡਰਾਉਣ ਦੀ ਕੋਸ਼ਿਸ਼ ਵੀ ਕਰਦਾ। ਲੇਕਿਨ ਜਿਹੜੇ ਬੰਦੇ ਮਜ਼ਬੂਤ ਨੇ ਉਹਨਾਂ ਨੂੰ ਡਰਨ ਦੀ ਲੋੜ ਨਹੀਂ ਆ, ਉਹਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਆ, ਕਿਉਂਕਿ ਸ਼ੈਤਾਨ ਪੂਰਾ ਜ਼ੋਰ ਲਾਉਂਦਾ। ਸ਼ੈਤਾਨ ਦਾ ਸਾਰਾ ਜ਼ੋਰ ਸੇਵਕ ਤੇ ਹੁੰਦਾ। ਜਿਹੜਾ ਕੋਈ ਬੰਦਾ ਆਤਮਾ ਸੱਚਾਈ ਨਾਲ ਭਗਤੀ ਕਰਦਾ, ਜੇ ਮੈਂ ਇੱਥੇ ਭਗਤੀ ਕਰਦਾ ਹਾਂ, ਕੋਈ ਗੱਲ ਨਹੀਂ, ਚਰਚ ਆ ਜਾਇਆ ਕਰੋ, ਚੱਲ ਜਾਓ, ਗਾਣੇ ਸੁਣ ਲਓ, ਫਿਲਮਾਂ ਦੇਖ ਲਓ, ਇਹ ਕੀ ਆ, ਫਿਰ ਸ਼ੈਤਾਨ ਨੇ ਕਹਿਣਾ ਮੇਰਾ ਹੀ ਬੰਦਾ ਆ, ਕੋਈ ਗੱਲ ਨਹੀਂ, ਵਧੀਆ ਸਿੱਖਿਆ ਦੇ ਰਿਹਾ। ਲੇਕਿਨ ਜੇ ਮੈਂ ਤੁਹਾਨੂੰ ਵਚਨ ਵਿੱਚੋਂ ਡਾਂਟਦਾ ਆ, ਜੇ ਵਚਨ ਕਹਿੰਦਾ ਵੀ ਆਹ ਕੰਮ ਨਹੀਂ ਕਰਨਾ, ਤੇ ਫਿਰ ਕੀ ਹੈ, ਫਿਰ ਮੈਂ ਪਰਮੇਸ਼ਵਰ ਵੱਲੋਂ ਆ, ਫਿਰ ਮੈਂ ਪਰਮੇਸ਼ਵਰ ਦਾ ਚੁਣਿਆ ਹੋਇਆ ਸੇਵਕ ਆ, ਉਹਦਾ ਦਾਸ ਆ, ਕਿਉਂਕਿ ਜੋ ਵਚਨ ਬੋਲਦਾ ਮੈਂ ਉਹੀ ਬੋਲਦਾ ਆ। ਲੇਕਿਨ ਜੇ ਤੁਹਾਨੂੰ ਕੋਈ ਗਲਤ ਸਿੱਖਿਆ ਦਿੰਦਾ ਆ, ਫਿਰ ਇਹਦਾ ਕੀ ਮਤਲਬ ਆ, ਉਹ ਪਰਮੇਸ਼ਵਰ ਵੱਲੋਂ ਨਹੀਂ ਆ। ਉਹ ਕੌਣ ਆ? ਐਂਟੀ ਕ੍ਰਾਈਸਟ। ਐਂਟੀ ਕ੍ਰਾਈਸਟ ਦਾ ਮਤਲਬ ਹੁੰਦਾ ਵਚਨ ਦੇ ਵਿਰੋਧ ਵਿੱਚ ਖੜਿਆ ਹੋਇਆ ਮਨੁੱਖ। ਵਚਨ ਦੇ ਵਿਰੋਧ 'ਚ ਖੜਿਆ ਹੋਇਆ ਮਨੁੱਖ ਕੀ ਕਰਦਾ, ਤੁਹਾਨੂੰ ਕਦੇ ਡਾਂਟੂਗਾ ਨਹੀਂ, ਉਹਨੇ ਕਹਿਣਾ ਕੋਈ ਨਹੀਂ, ਤੂੰ ਚਰਚ ਆਇਆ ਕਰ, ਬਸ ਦੇਖੀ ਤੈਨੂੰ ਬਰਕਤ ਮਿਲ ਜੂਗੀ, ਤੂੰ ਚਰਚ ਆ। ਪ੍ਰਭੂ ਨੇ ਬਰਕਤ ਤਾਂ ਉਹਨਾਂ ਨੂੰ ਵੀ ਦੇ ਦੇਣੀ ਹੈ, ਦਿੰਦਾ ਆ ਪ੍ਰਭੂ ਬਰਕਤ, ਮੈਂ ਨਹੀਂ ਕਹਿੰਦਾ ਨਹੀਂ ਦਿੰਦਾ। ਬਰਕਤ ਦਿੰਦਾ ਤਾਂ ਜੀਵਨ ਨਹੀਂ ਮਿਲਣਾ, ਫਿਰ ਬਰਕਤਾਂ ਜੋਗੇ ਰਹਿ ਜਾਓਗੇ। ਮੰਨ ਲਓ ਪੂਰੇ ਸੰਸਾਰ ਦੀ ਧਨ ਦੌਲਤ ਅਸੀਂ ਪਾ ਲਈ ਆ, ਪੂਰੇ ਸੰਸਾਰ ਦਾ ਸੋਨਾ ਚਾਂਦੀ ਸਾਡੇ ਕੋਲ ਆ ਗਿਆ, ਜੇ ਅਸੀਂ ਚਲੇ ਨਰਕ ਵਿੱਚ ਗਏ ਤੇ ਕੀ ਫਾਇਦਾ? ਉੱਥੇ ਤੜਫਣ ਦਾ ਕੀ ਫਾਇਦਾ? ਉੱਥੇ ਚੀਕਾ ਮਾਰਨ ਦਾ ਕੀ ਫਾਇਦਾ? ਇਸ ਤੋਂ ਵਧੀਆ ਆਪਣੀ ਜ਼ੁਬਾਨ ਨੂੰ ਕੰਟਰੋਲ ਕਰੋ। ਕਹਿੰਦੇ ਜਦੋਂ ਕਿਸੇ ਵਿੱਚ ਪਵਿੱਤਰ ਆਤਮਾ ਆਉਂਦਾ, ਸਭ ਤੋਂ ਪਹਿਲਾਂ ਪਵਿੱਤਰ ਆਤਮਾ ਕੀ ਕਰਦਾ, ਉਸ ਮਨੁੱਖ ਦੀ ਜ਼ੁਬਾਨ ਨੂੰ ਕੰਟਰੋਲ ਕਰਦਾ। ਜਿਹੜਾ ਆਤਮਿਕ ਪਰਸਨ ਹੋਊਗਾ, ਤੁਸੀਂ ਦੇਖਿਆ ਹੋਊਗਾ, ਜ਼ਿਆਦਾ ਬੋਲਦਾ ਨਹੀਂ ਹੈ। ਜਿੰਨੇ ਵੀ ਆਤਮਿਕ ਪਰਸਨ ਆ ਬਹੁਤ ਘੱਟ ਬੋਲਦੇ ਆ। ਕਿਉਂ ਬੋਲਦੇ ਆ? ਜੇ ਬੋਲਣਗੇ ਤੇ ਸਿਰਫ ਵਚਨ ਦੀ ਗੱਲ ਬੋਲਣਗੇ, ਉਹ ਸੰਸਾਰ ਦੀ ਗੱਲਾਂ ਨਹੀਂ ਕਰਦੇ। ਭਾਵੇਂ 6 ਘੰਟੇ ਗੱਲ ਕਰਾ ਲਓ, ਵਚਨ ਤੇ ਹੀ ਬੋਲਣਗੇ, ਉਹ ਸੰਸਾਰ ਦੀ ਗੱਲ ਨਹੀਂ ਕਰਨੀ। ਕਿਉਂਕਿ ਉਹਨਾਂ ਦੇ ਅੰਦਰ ਕੀ ਆ, ਵਚਨ ਆ ਗਿਆ। ਤੇ ਜਿਹਦੇ ਅੰਦਰ ਵਚਨ ਆ
ਉਹ ਕੀ ਕਰਦਾ ਆ, ਆਪਣੀ ਜ਼ੁਬਾਨ ਨੂੰ ਕੰਟਰੋਲ ਰੱਖਦਾ ਆ। ਉਹਨੂੰ ਪਤਾ ਆ ਵੀ ਮੈਂ ਕਿਹੜੀ ਗੱਲ ਕਰਨੀ ਆ, ਕਿਸ ਤਰ੍ਹਾਂ ਕਰਨੀ, ਕਿਸ ਤਰ੍ਹਾਂ ਜਵਾਬ ਦੇਣਾ, ਪਵਿੱਤਰ ਆਤਮਾ ਦਿਖਾਉਂਦਾ ਆ। ਉਹਦੀ ਆਪਣੀ ਸਮਝ ਨਹੀਂ ਹੁੰਦੀ। ਚਰਚ ਨੂੰ ਕੋਈ ਬੰਦਾ ਨਹੀਂ ਚਲਾ ਸਕਦਾ। ਜਿਵੇਂ ਤੁਸੀਂ ਕਹੋਗੇ ਇਸ ਚਰਚ ਨੂੰ ਮੈਂ ਚਲਾ ਰਿਹਾ, ਮੇਰਾ ਯੋਗ ਨਹੀਂ ਹੈ ਇਸ ਚਰਚ ਨੂੰ ਚਲਾਉਣ ਦੇ, ਲੇਕਿਨ ਜਦੋਂ ਪਵਿੱਤਰ ਆਤਮਾ ਕਿਸੇ ਮਨੁੱਖ ਦੇ ਅੰਦਰ ਆਂਦਾ, ਉਹ ਸਾਰੇ ਕੰਮਾਂ ਨੂੰ ਆਪ ਕਰਦਾ। ਉਹ ਦੱਸਦਾ ਆ ਵੀ ਕਿਹੜਾ ਵਚਨ ਕਦੋਂ ਰੱਖਣਾ ਆ, ਕਿਹੜੇ ਵਚਨ। ਜਿੱਦਾਂ ਡਾਕਟਰ ਨੂੰ ਪਤਾ ਹੁੰਦਾ ਨਾ, ਮਰੀਜ਼ ਮੇਰੇ ਕੋਲ ਆਇਆ ਵੀ 10 ਦਿਨ ਦੀ ਦਵਾਈ ਮੈਨੂੰ ਆਹ ਦੇਣੀ ਆ, 10 ਦਿਨ ਬਾਅਦ ਇਹਦੀ ਦਵਾਈ ਚੇਂਜ ਕਰਨੀ ਹੈ, ਇਹਦਾ ਇਨਫੈਕਸ਼ਨ ਘਟਿਆ ਕਿ ਵਧਿਆ। ਉਸੇ ਤਰ੍ਹਾਂ ਹੀ ਪਰਮੇਸ਼ਰ ਦਾ ਵਚਨ ਉਹਨੂੰ ਪਤਾ ਆ ਵੀ ਅੱਜ ਇਹਨੂੰ ਕਿਹੜੀ ਡੋਜ਼ ਦੇਣੀ ਆ। ਲੇਕਿਨ ਜੇ ਅਸੀਂ ਕਹੀਏ ਵੀ ਮੈਂ ਇੰਨੇ ਚਿਰ ਤੋਂ ਪ੍ਰਭੂ ਦੇ ਘਰ ਵਿੱਚ ਆ ਰਿਹਾ, ਮੈਨੂੰ ਇੱਕ ਦਿਨ 'ਚ ਸ਼ਿਫਾ ਮਿਲ ਜੇ, ਮੈਨੂੰ 2 ਦਿਨ 'ਚ ਸ਼ਿਫਾ ਮਿਲ ਜੇ, ਮੈਨੂੰ ਮਹੀਨਾ ਹੋ ਗਿਆ ਆਂਦੇ ਮੈਨੂੰ ਸ਼ਿਫਾ ਨਹੀਂ ਮਿਲੀ, ਮੇਰਾ ਇਹ ਬਣਿਆ, ਇਸ ਤਰ੍ਹਾਂ ਨਾ ਕਰੋ। ਯਿਸੂ ਮਸੀਹ ਨੂੰ ਆਪਣਾ ਟ੍ਰੀਟਮੈਂਟ ਕਰਨ ਦਿਓ। ਹਲੇ ਤਾਂ ਤੁਹਾਡੀ ਐਂਟਰੀ ਹੋਈ ਆ, ਹਲੇ ਕੀ ਹੋਇਆ, ਸਫਾਈ ਹੋਣੀ ਸ਼ੁਰੂ ਹੋਈ ਆ।